ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1370 ਤੇ ਹੇਠੋਂ ਪੰਜਵੀਂ ਪੰਕਤੀ ਹੈ। ਕਬੀਰ ਹੰਸ ਉਡਿਓ ਤਨ ਗਾਡਿਓ, ਸੋ ਜਾਈ ਸੈ ਨ ਅਜੂ ਜਿਉ ਨ ਛੋੜੇ, ਰੰਗ ਕਾਈ ਨੈ ਨ। ਕਬੀਰ ਹੰਸ ਉਡਿਓ, ਹੰਸ ਹੁੰਦੇ ਜੀਵ ਆਤਮਾ। ਇੱਕ ਸਾਡਾ ਸਰੀਰ ਹੈ, ਇੱਕ ਇਹਦੇ ਜੀਵ ਆਤਮਾ ਹੈ। ਜਦੋਂ ਆਤਮਾ ਕਿਸੇ ਸਰੀਰ 'ਚ ਪ੍ਰਵੇਸ਼ ਕਰਦੀ ਹੈ, ਉਹ ਜੀਵ ਆਤਮਾ ਹੋ ਜਾਂਦੀ ਹੈ। ਉਹ ਜੋ ਆਤਮਾ ਹੈ, ਪਰ ਉਹਦਾ ਨਾਮ ਬਦਲ ਜਾਂਦਾ ਹੈ। ਜਦੋਂ ਕਿਸੇ ਸਰੀਰ 'ਚ ਪ੍ਰਵੇਸ਼ ਕਰਦੀ ਹੈ, ਫਿਰ ਉਹਨੇ ਜੀਵ ਆਤਮਾ। ਜਦੋਂ ਜੀਵ ਆਤਮਾ ਇਸ ਸਰੀਰ 'ਚੋਂ ਨਿਕਲ ਜਾਂਦੀ ਹੈ, ਕਦੇ ਫਲਾਣਾ ਬੰਦਾ ਜੀ ਮਰ ਗਿਆ ਹੈ, ਜੀਵ ਆਤਮਾ ਵਿੱਚੋਂ ਨਿਕਲਦੀ ਹੈ। ਹੁਣ ਬੰਦੇ ਨੂੰ ਪਤਾ ਹੈ, ਕਬੀਰ ਹੰਸ ਉਡਿਓ, ਵੀ ਜਦੋਂ ਜੀਵ ਆਤਮਾ ਵਿੱਚੋਂ ਨਿਕਲ ਜਾਣੀ ਹੈ, ਤਨ ਗਾਡਿਓ, ਸਰੀਰ ਨੂੰ ਧਰਤੀ ਦਬ ਦੇਣਾ ਹੈ। ਕਿਉਂਕਿ ਜਿਹੜੇ ਮੁਸਲਮਾਨ ਹਨ, ਉਹ ਦਬਦੇ ਨੇ ਮੁਰਦੇ ਨੂੰ। ਹਿੰਦੂ ਸਿੱਖ ਮੁਰਦੇ ਨੂੰ ਜਲਾਉਂਦੇ ਨੇ, ਈਸਾਈ ਵੀ ਮੁਰਦਿਆਂ ਨੂੰ ਦਬਦੇ ਨੇ। ਜਿਨ੍ਹਾਂ ਦੇਸ਼ਾਂ ਦੇ ਵਿੱਚ ਲੱਕੜੀ ਘੱਟ ਹੁੰਦੀ ਹੈ, ਉੱਥੇ ਮੁਰਦੇ ਨੂੰ ਦੱਬਣ ਦਾ ਰਿਵਾਜ ਹੋ ਗਿਆ। ਕਿਉਂਕਿ ਲੱਕੜੀ ਕੋਈ ਨਹੀਂ, ਸਾੜਨ ਕਿਵੇਂ, ਉਹ ਮਜਬੂਰੀ ਸੀ ਉਹਨਾਂ ਦੀ। ਇਹ ਫਿਰ ਸਮਾਂ ਪਾ ਕੇ ਇਹ ਧਰਮ ਦਾ ਹਿੱਸਾ ਹੋ ਗਿਆ। ਹੁਣ ਜੇ ਕੋਈ ਮੁਸਲਮਾਨ ਮੁਰਦੇ ਨੂੰ ਸਾੜਦਾ ਹੈ, ਤਾਂ ਉਹਦੀ ਬੜੀ ਵਿਰੋਧਤਾ ਦੂਜੇ ਮੁਸਲਮਾਨ ਕਰਨ ਵੀ, ਤੂੰ ਆ ਕੀ ਕਰਦਾ। ਅਤੇ ਜੇ ਹਿੰਦੂ ਜਾਂ ਸਿੱਖ ਕੋਈ ਮੁਰਦੇ ਨੂੰ ਦਬਦਾ ਹੈ, ਤਾਂ ਵਿਰੋਧਤਾ ਕਰਨਗੇ ਵੀ ਤੂੰ ਦਬਦਾ ਹੋਏ, ਇਹ ਸਾੜਨਾ ਚਾਹੀਦਾ ਹੈ। ਪਰ ਧਰਮ ਕਹਿੰਦਾ ਚਾਹੇ ਸਾੜ ਦਿਓ ਚਾਹੇ ਦਬ ਦਿਓ, ਇਹ ਤਾਂ ਸਰੀਰ, ਇਹਨੂੰ ਕੋਈ ਫਰਕ ਨਹੀਂ ਪੈਂਦਾ। ਜਿਹਨੂੰ ਫਰਕ ਪੈਣਾ ਸੀ ਕੋਈ, ਉਹਦੇ ਵਿੱਚੋਂ ਨਿਕਲ ਕੇ ਚਲਿਆ ਗਿਆ ਹੈ, ਉੱਥੇ ਚਲਿਆ ਗਿਆ। ਹੁਣ ਜਿਹਨੂੰ ਹੱਡੀਆਂ ਨੂੰ ਫੁੱਲ ਕਹਿੰਦੇ ਨੇ, ਜਿਹੜਾ ਕਰਮਾਂ ਦਾ ਹਿਸਾਬ ਕਿਤਾਬ ਹੋਣਾ, ਉਹ ਤੇ ਜੀਵ ਆਤਮਾ ਦਾ ਹੋਣਾ, ਉਹਦੇ ਵਿੱਚੋਂ ਨਿਕਲ ਗਿਆ ਹੈ। ਹੁਣ ਹੱਡੀਆਂ ਨੂੰ ਚਾਹੇ ਹਰਿਦੁਆਰ ਲੈ ਜਾਓ, ਚਾਹੇ ਭੇਵੇ ਲੈ ਜਾਓ, ਚਾਹੇ ਕੀਰਤਪੁਰ ਸਾਹਿਬ ਲੈ ਜਾਓ, ਕਿਤੇ ਹੋਰ ਲੈ ਜਾਓ, ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਉਸ ਨੂੰ ਕੀ ਫਰਕ ਪੈਂਦਾ। ਪਰ ਰਿਵਾਜ਼ ਹੋ ਗਿਆ ਜੀ, ਇਹਨਾਂ ਨੂੰ ਜਲ ਪ੍ਰਵਾਹ ਕਰਨਾ ਹੱਡੀਆਂ ਨੂੰ ਜੀ। ਹੋਰ ਕੋਈ ਗੱਲ, ਹੋਰ ਕੀ ਫਰਕ ਪੈਂਦਾ। ਦਬ ਦਿਓ ਉਹਨੂੰ, ਹੱਡੀਆਂ ਨੂੰ ਕੀ ਫਰਕ ਪੈਂਦਾ। ਹੱਡੀਆਂ ਦੀ ਕਿਹੜਾ ਕੋਈ ਜਾਨ ਹੈ, ਹੱਡੀਆਂ ਨੇ ਕਿਹੜਾ ਕੋਈ ਗਤੀ ਹੋਣੀ ਉਹਨਾਂ ਦੀ। ਗਤੀ ਤੇ ਜੀਵ ਆਤਮਾ ਦੀ ਹੋਣੀ ਹੈ, ਅਤੇ ਉਹ ਤਾਂ ਵਿੱਚੋਂ ਨਿਕਲ ਗਿਆ ਹੈ। ਬਾਕੀ ਸਰੀਰ ਨੂੰ ਵੱਢੋ, ਟੁੱਕੋ, ਦੱਬੋ, ਸਾੜੋ, ਹੱਡੀਆਂ ਨੂੰ ਚਾਹੇ ਧਰਤੀ ਦੱਬ ਦਿਓ, ਚਾਹੇ ਖੰਡਿਆ ਦਿਓ, ਚਾਹੇ ਜਲ ਪ੍ਰਵਾਹ ਕਰ ਦਿਓ, ਉਸ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਇਹ ਰਿਵਾਜ਼ ਹੋ ਗਿਆ ਹੈ ਵੀ ਹਿੰਦੂ ਜਿਹੜੇ ਸਨ, ਇਹ ਜਾ ਕੇ ਜਲ ਪ੍ਰਵਾਹ ਕਰਿਆ ਕਰਦੇ, ਹਰਿਦੁਆਰ, ਕੋਈ ਭੇਵੇ, ਕੋਈ ਉੱਧਰ, ਜਿੱਥੇ ਜਿੱਥੇ ਸਟੇਟ ਕੋਈ ਹੈ, ਉੱਥੇ ਰੱਖ ਲਓ ਉਹਨਾਂ ਨੂੰ। ਸਾਡੇ 'ਤੇ ਵੀ ਉਹਨਾਂ ਦਾ ਪ੍ਰਭਾਵ ਹੋ ਗਿਆ। ਅਸੀਂ ਵੀ ਜਲ ਪ੍ਰਵਾਹ ਕਰਨੇ ਸ਼ੁਰੂ ਕਰਤੇ। ਇਹਨੇ ਵੀ ਹਰਿਦੁਆਰ ਰੱਖ ਗਏ ਅਤੇ ਅਸੀਂ ਕੀਰਤਪੁਰ ਸਾਹਿਬ ਰੱਖ ਲਿਆ। ਕਈ ਵਿਚਾਰੇ ਫੋਰਨ ਕੰਟਰੀ ਵਾਲੇ ਨੇ, ਉਹਨਾਂ ਦਾ ਖਿਆਲ ਹੈ ਵੀ ਸ਼ਾਇਦ ਕੀਰਤਪੁਰ ਸਾਹਿਬ ਆ ਕੇ ਜਲ ਪ੍ਰਵਾਹ ਕਰਾਂਗੇ, ਹੱਡੀਆਂ ਦਾ ਪਤਾ ਨਹੀਂ ਕੀ ਕੀ ਹੋ ਜਾਏਗਾ।
ਉਹ ਉੱਥੋਂ ਹਵਾਈ ਜਹਾਜ਼ ਰਹੀ ਆਉਂਦੇ ਨੇ ਇੱਥੇ ਜਲ ਪ੍ਰਵਾਹ ਕਰਨ। ਵੀ ਕਿਤੇ ਜੇ ਤੁਸੀਂ ਜਲ ਪ੍ਰਵਾਹ ਕਰਨਾ, ਕਿਤੇ ਵਗਦੇ ਪਾਣੀ ਦੇ ਵਿੱਚ ਤੁਸੀਂ ਕਰ ਸਕਦੇ। ਜਿਵੇਂ ਮਦਰ ਦੀ ਡੈਥ ਹੋਈ ਮਾਤਾ ਦੀ, ਪਿਤਾ ਜੀ ਨੇ ਨਾਲ ਵਗਦੇ ਪਿੰਡ ਦੇ ਨਾਲ ਵਗਦੀ ਸੀ ਨਹਿਰ, ਉਸ 'ਚ ਜਲ ਪ੍ਰਵਾਹ ਕਰਤੀ ਹੱਡੀ। ਜਦੋਂ ਆਪ ਮਰਨ ਲੱਗੇ ਸਾਨੂੰ ਕਹਿੰਦੇ ਮੇਰੀਆਂ ਹੱਡੀਆਂ ਨੇ ਕੀਰਤਪੁਰ ਸਾਹਿਬ ਲੈ ਕੇ ਜਾਣ। ਮੈਂ ਕਿਉਂ? ਮੈਂ ਅਸੀਂ ਤਾਂ ਤੁਹਾਡੀਆਂ ਹੱਡੀਆਂ ਜਿਹਨੇ ਛੱਪੜ ਜਲ ਪ੍ਰਵਾਹ ਕਰਾਂਗੇ ਪਿੰਡ ਦੇ। ਮੈਂ ਤੁਸੀਂ ਸਾਡੀ ਮਾਂ ਦੀਆਂ ਹੱਡੀਆਂ ਨਹਿਰ 'ਚ ਜਲ ਪ੍ਰਵਾਹ ਕੀਤੀ ਨਾ, ਅਸੀਂ ਵੀ ਇਸੇ ਨਹਿਰ 'ਚ ਕਰ ਦਾਂਗੇ। ਆਪਣੇ ਵਾਰੀ ਤਾਂ ਕੀਰਤਪੁਰ ਸਾਹਿਬ ਲੈ ਕੇ ਜਾਓ ਹੈ, ਅਤੇ ਮਾਂ ਵਾਰੀ ਜਿਹੜਾ ਹੈ ਉਹ ਨਾਲ ਦੇ ਕਹਿੰਦੇ ਇਹ 'ਚ ਕੀ ਫਰਕ ਪੈਂਦਾ, ਕਿਤੇ ਜਲ ਪ੍ਰਵਾਹ ਕਰ ਦਿਓ। ਅਸੀਂ ਨਹੀਂ ਲੈ ਕੇ ਜਾਂਦੇ, ਅਸੀਂ ਤਾਂ ਜਿੱਥੇ ਮਾਂ ਦੀ ਹੱਡੀਆਂ ਜਲ ਉੱਥੇ ਤੁਹਾਡੀਆਂ ਕਰਾਂਗੇ। ਮਨੁੱਖ ਦੇ ਦਿਮਾਗ 'ਚ ਕੁਛ ਬਹਿ ਗਿਆ ਹੈ ਵੀ ਪਤਾ ਨਹੀਂ ਉੱਥੇ ਕੀਰਤਪੁਰ ਸਾਹਿਬ ਹੱਡੀਆਂ ਜਲ ਪ੍ਰਵਾਹ ਤਾਂ ਕੀ ਹੋ ਜਾਏਗਾ। ਕੋਈ ਫਰਕ ਨਹੀਂ ਪੈਂਦਾ, ਕਿਤੇ ਵੀ ਵਗਦੇ ਪਾਣੀ ਤੁਸੀਂ ਜਲ ਪ੍ਰਵਾਹ ਕਰ ਸਕਦੇ ਹੋ। ਹੁਣ ਕਹਿੰਦੇ ਹੰਸ ਉੱਡਿਓ, ਜੀਵ ਆਤਮਾ ਵਿੱਚੋਂ ਨਿਕਲ ਜਾਣੀ ਹੈ। ਸਰੀਰ ਨੂੰ ਧਰਤੀ ਗੜ ਦੇਣਾ, ਭਾਵ ਦੱਬ ਦੇਣਾ ਹੈ। ਜੋ ਅਗਲੇ ਦੇ ਧਰਮ ਅਨੁਸਾਰ ਰਿਵਾਜ ਸੀ ਉਹਨਾਂ ਨੇ ਉਹ ਸ਼ਬਦ ਵਰਤਦੇ ਤੇ ਸੋਝਾਈ ਸੈਨਾ। ਸੈਨਤਾਂ ਦੇ ਨਾਲ ਅਜੇ ਵੀ ਆਪਣੇ ਪਰਿਵਾਰ ਨੂੰ ਸਮਝਾ ਰਿਹਾ, ਬੋਲ ਨਹੀਂ ਸਕਦਾ। ਬੁੱਢਾ ਜ਼ਿਆਦਾ ਹੋ ਗਿਆ, ਬੋਲ ਹੁੰਦਾ ਨਹੀਂ। ਇਸ਼ਾਰਿਆਂ ਨਾਲ ਕੋਈ ਸਮਝਾ ਰਿਹਾ ਪਰਿਵਾਰ ਨੂੰ। ਅਜੂ ਜੀਵ ਨਾ ਛੋੜੀ ਰੰਕਾਈ ਨੈਣਾ। ਰੰਕਾਈ ਦੇ ਗਰੀਬੀ, ਨੈਣਾ ਨੈਣਾ ਦੀ ਅੱਖਾਂ ਦੀ, ਕਿਉਂਕਿ ਅੱਖਾਂ ਤਾਂ ਚਾਹੁੰਦੀਆਂ ਹਰ ਵਕਤ ਵੇਖਣਾ। ਤੁਸੀਂ ਅੱਖਾਂ ਬੰਦ ਕਰ ਲਓ, ਘੰਟੇ ਤਾਂ ਜੀਅ ਨਹੀਂ ਲੱਗੇਗਾ। ਭਜਨ ਬੰਦਗੀ ਵਾਲਾ ਹੀ ਅੱਖਾਂ ਬੰਦ ਕਰਕੇ ਬੈਠ ਸਕਦਾ, ਦੂਜਾ ਨਹੀਂ ਬੈਠ ਸਕਦਾ, ਦੂਜੇ ਜੀਅ ਨਹੀਂ ਲੱਗਣਾ। ਕਿਉਂ? ਇਹ ਅੱਖਾਂ ਨੂੰ ਵੇਖਣ ਦੀ ਆਦਤ ਪੈ ਗਈ ਹੈ। ਹੁਣ ਪਤਾ ਹੈ ਮੈਂ ਮਰਨ ਲੱਗਾ, ਅਜੇ ਵੀ ਅੱਖਾਂ ਜਿਹੜੀਆਂ ਨੇ ਨਾ, ਇਹ ਜਿਹੜੀ ਜਿੰਦ ਹੈ ਇਹ ਅੱਖਾਂ ਰਾਹੀਂ ਵੇਖਣ ਦੀ ਆਦਤ ਨਹੀਂ ਛੱਡਦੀ। ਅੱਖਾਂ ਆਪਣੀ ਗਰੀਬੀ ਨਹੀਂ ਛੱਡ ਰਹੀਆਂ। ਇਹ ਨਹੀਂ ਮੈਂ ਹੁਣ ਸਰੀਰ ਤਿਆਗਣ ਲੱਗਾ, ਸਗੋਂ ਮੈਂ ਇਹਨਾਂ ਨੂੰ ਨਾ ਕਿਸੇ ਚੀਜ਼ ਨੂੰ ਵੇਖਾਂ, ਮੇਰਾ ਧਿਆਨ ਇਹਨਾਂ ਵੱਲ ਨਾ ਜਾਵੇ, ਸਗੋਂ ਅੱਖਾਂ ਬੰਦ ਕਰ ਲਓ। ਕਿਉਂਕਿ ਮਰਨ ਵੇਲੇ ਜਿੱਧਰ ਖਿਆਲ ਚਲਿਆ ਗਿਆ ਫਿਰ ਉਹੀ ਜਨਮ ਦੁਬਾਰਾ ਲੈਣਾ ਪੈਣਾ ਹੈ। ਪਰ ਨਹੀਂ, ਇਹ ਅੱਖਾਂ ਦੀ ਗਰੀਬੀ ਨਹੀਂ ਛੱਡਦਾ। ਇਹਦਾ ਹੋਰ ਵੇਖਣ ਨੂੰ ਅਜੇ ਜੀਅ ਕਰਦਾ, ਮੈਂ ਹੋਰ ਵੇਖ ਲਾਂ, ਹੋਰ ਵੇਖ ਲਾਂ। ਇਸ ਲਈ ਮਰਦਾ ਹੋਇਆ ਵੀ ਆਪਣੇ ਪਰਿਵਾਰ ਨਾਲ ਇਸ਼ਾਰਿਆਂ ਨਾਲ ਕੋਈ ਨਾ ਕੁਝ ਕਹਿੰਦਾ ਹੈ ਵੀ ਤੇਰਾ ਸਰੀਰ ਧਰਤੀ ਦੱਬਿਆ ਜਾਣਾ ਹੈ, ਜੀਵ ਆਤਮਾ ਵਿੱਚੋਂ ਨਿਕਲ ਜਾਣੀ ਹੈ। ਤੂੰ ਉਹਦੇ ਬਾਰੇ ਕਦੇ ਸੋਚਿਆ ਨਹੀਂ। ਜੀਵਾਂ ਬਾਰੇ ਤੂੰ ਸੋਚੀ ਹੈ ਨਾ ਵੀ ਇਹਨਾਂ ਦਾ ਕੀ ਬਣੇਗਾ, ਇਹਨਾਂ ਨੂੰ ਮੈਂ ਦੇਖ ਲਾਂ, ਜਾਂਦਾ ਹੋਇਆ ਦਰਸ਼ਨ ਕਰ ਲਾਂ। ਜੇ ਮਰ ਜਾਂਦੇ ਫਿਰ ਕਈ ਨਾ ਮਰੇ ਹੋਏ ਦੇ ਦਰਸ਼ਨ ਕਰਦੇ ਨੇ ਵੀ ਕੀ ਗੱਲ ਸਾਰੀ ਉਮਰ ਵੇਖ ਵੇਖ ਕੇ ਰੱਜੇ ਨਹੀਂ। ਕੀ ਸਾਰੀ ਉਮਰ ਵੇਖ ਵੇਖ ਕੇ ਆਪਣੇ ਮਾਂ ਪਿਓ ਨੂੰ ਰੱਜੇ ਨਹੀਂ? ਮਰੇ ਨੂੰ ਹੁਣ ਕੀ ਵੇਖਣੇ? ਉਹ ਜੀ ਉਹ ਤਾਂ ਜਾਂਦਿਆਂ ਹੋਏ ਆ ਜੀ, ਉਹ ਮਰੇ ਦੇ ਵੀ ਦਰਸ਼ਨ ਨਾ ਕਰ ਸਕੀ ਉਹਨਾਂ ਦੀ ਧੀ ਜੀ, ਹੈ ਜੀ ਦੂਰ ਸੀ ਨਾ ਜੀ। ਹਾਂਜੀ, ਇਹ ਹੈ ਮਮਤਾ। ਇਹ ਮਨੁੱਖ ਮਮਤਾ ਨਹੀਂ ਛੱਡਦਾ ਹੈ। ਨਾਮ ਜਪਦਾ ਨਹੀਂ, ਮਮਤਾ ਛੱਡਦਾ ਨਹੀਂ, ਅਖੀਰ ਨੂੰ ਜੀਵ ਆਤਮਾ ਵਿੱਚੋਂ ਨਿਕਲ ਜਾਣੀ, ਸਰੀਰ ਨੂੰ ਅਗਲੇ ਨੇ ਦੱਬ ਦੇਣਾ। ਕਬੀਰ ਨੈਣ ਨਿਹਾਰੋਂ ਤੁਝ ਕੋ ਸ਼ਰਵਨ। ਇਹਨੂੰ ਸਰਵਨ ਨਹੀਂ ਪੜ੍ਹਨਾ, ਇਹ ਹਿੰਦੀ ਦਾ ਸ਼ਬਦ ਹੈ। ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨੇ ਸ਼ਰਵਨ। ਕੰਨ ਹੁੰਦੇ ਨੇ, ਆਪਾਂ ਕੰਨਾਂ ਨਾਲ ਸੁਣਦੇ ਨਾ, ਕੰਨ, ਉਹਨੂੰ ਹਿੰਦੀ ਕਹਿੰਦੇ ਸ਼ਰਵਨ।
ਆਪਣੇ ਨਾਲ ਸਿੱਧੇ ਬਣਾ ਦਿੰਦੇ ਨੇ। ਉਹ ਤੁਸੀਂ ਜੀ ਫਲਾਣੇ ਦਾ ਜਿਹੜਾ ਹੈ ਕਥਾ ਵਾਰਤਾ ਸਰਵਣ ਕਰ ਰਹੇ ਸੀ ਜੀ, ਆਪਾਂ ਸਿੱਧੇ ਬਿਨਾਂ ਸਰਵਣ ਕਰ ਰਹੇ ਸੀ, ਸੁਣ ਰਹੇ ਸੀ। ਸਰਵਣ ਕੋਈ ਸ਼ਬਦ ਨਹੀਂ ਹੈਗਾ, ਇਹ ਤਾਂ ਆਪਣਾ ਸਾਡਾ ਬਣਾਇਆ ਹੋਇਆ ਹੈ। ਪੰਜਾਬੀ ਦਾ ਸ਼ਬਦ ਨਹੀਂ ਹੈ ਸਰਵਣ, ਪੰਜਾਬੀ ਦਾ ਸ਼ਬਦ ਹੈ ਸੁਣਨਾ ਹੈ। ਇਹ ਹਿੰਦੀ ਦਾ ਸ਼ਬਦ ਹੈ ਸ਼ਰਵਣ। ਕਬੀਰ ਨੈਣ ਨਿਹਾਰੋਂ ਤੁਝ ਕੋ, ਸ਼ਰਵਣ ਸੁਣੋ ਤੋ ਨਾਮ, ਬੈਨ ਉਚਰੋਂ ਤੋ ਨਾਮ ਜੀ, ਚਰਨ ਕਮਲ ਰਿਦ ਠਾਉ। ਕਬੀਰ ਸਾਹਿਬ ਕਹਿੰਦੇ ਮੈਂ ਅੱਖਾਂ ਦੇ ਨਾਲ ਨਿਹਾਰੋਂ ਦਾ ਦੇਖਦਾ ਹਾਂ। ਹੇ ਪਰਮਾਤਮਾ, ਮੈਂ ਅੱਖਾਂ ਨਾਲ ਤੇਰੇ ਦਰਸ਼ਨ ਕਰਦਾ, ਤੈਨੂੰ ਵੇਖਦਾ ਹਾਂ। ਕਬੀਰ ਨੈਣ ਨਿਹਾਰੋਂ ਤੁਝ ਕੋ, ਵੀ ਮੈਂ ਅੱਖਾਂ ਨਾਲ ਤੁਹਾਡੇ ਦਰਸ਼ਨ ਕਰਦਾ ਹਾਂ। ਸ਼ਰਵਣ ਸੁਣੋ ਤੋ ਨਾਮ, ਕੰਨਾਂ ਨਾਲ ਤੁਹਾਡਾ ਨਾਮ ਸੁਣਦਾ ਹਾਂ। ਬੈਨ ਉਚਰੋਂ ਤੋ ਨਾਮ ਜੀ, ਮੂੰਹ ਦੇ ਨਾਲ ਤੁਹਾਡਾ ਨਾਮ ਉਚਾਰਨ ਕਰਦਾ, ਭਾਵ ਤੁਹਾਡਾ ਨਾਮ ਜਪਦਾ ਹਾਂ। ਚਰਨ ਕਮਲ ਰਿਦ ਠਾਉ, ਰਿਦ ਹੁੰਦਾ ਹਿਰਦਾ, ਅਤੇ ਤੁਹਾਡੇ ਚਰਨ ਕਮਲਾਂ ਨੂੰ ਮੈਂ ਹਿਰਦੇ 'ਚ ਵਸਾਉਂਦਾ ਹਾਂ। ਪਰਮਾਤਮਾ ਨੂੰ ਕਹਿ ਰਹੇ ਨੇ ਕਬੀਰ ਸਾਹਿਬ, ਨੈਣ ਨਿਹਾਰੋਂ ਤੁਝ ਕੋ, ਅੱਖਾਂ ਨਾਲ ਮੈਂ ਤੁਹਾਨੂੰ ਵੇਖਦਾ ਹਾਂ। ਸ਼ਰਵਣ ਸੁਣੋ ਤੋ ਨਾਮ, ਕੰਨਾਂ ਨਾਲ ਤੁਹਾਡਾ ਨਾਮ ਸੁਣਦਾ ਹਾਂ। ਬੈਨ ਉਚਰੋਂ ਤੋ ਨਾਮ ਜੀ, ਮੂੰਹ ਨਾਲ ਤੁਹਾਡਾ ਨਾਮ ਉਚਾਰਨ ਕਰਦਾ ਹਾਂ। ਚਰਨ ਕਮਲ ਰਿਦ ਠਾਉ, ਅਤੇ ਹਿਰਦੇ 'ਚ ਤੁਹਾਡੇ ਚਰਨ ਕਮਲ ਵਸਾਉਂਦਾ ਹਾਂ। ਚਰਨ ਕਮਲ ਕੀ ਹੈ? ਪਰਮਾਤਮਾ ਦੇ ਕੋਈ ਪੈਰ ਨਹੀਂ ਹੈਗੇ, ਕਿਉਂਕਿ ਪਰਮਾਤਮਾ ਕੋਈ ਵਿਅਕਤੀ ਨਹੀਂ ਹੈ। ਪਰਮਾਤਮਾ ਕੋਈ ਕੀੜਾ ਮਕੌੜਾ ਪਸ਼ੂ ਪੰਛੀ ਨਹੀਂ, ਉਹਦੇ ਪੈਰ ਹੋਣਗੇ। ਸਮਝਾਉਣ ਲਈ ਹੁੰਦਾ ਵੀ ਤੁਹਾਡੀ ਯਾਦ ਨੂੰ ਹਿਰਦੇ 'ਚ ਵਸਾਉਣਾ ਮੈਂ। ਚਰਨ ਕਮਲ ਰਿਦ ਠਾਉ, ਤੁਹਾਡੇ ਚਰਨ ਕਮਲਾਂ ਨੂੰ ਮੈਂ ਹਿਰਦੇ 'ਚ ਵਸਾਉਂਦਾ, ਭਾਵ ਤੁਹਾਡੀ ਯਾਦ ਨੂੰ ਮੈਂ ਹਿਰਦੇ 'ਚ ਵਸਾਉਂਦਾ। ਸਾਨੂੰ ਸਮਝਾਇਆ ਭਾਈ, ਅੱਖਾਂ ਨਾਲ ਪਰਮਾਤਮਾ ਦੇ ਦਰਸ਼ਨ ਕਰੋ, ਕੰਨਾਂ ਨਾਲ ਪਰਮਾਤਮਾ ਦਾ ਨਾਮ ਸੁਣੋ, ਮੁੱਖ ਨਾਲ ਪਰਮਾਤਮਾ ਦਾ ਨਾਮ ਜਪੋ, ਅਤੇ ਮਨ 'ਚ ਪਰਮਾਤਮਾ ਦੀ ਯਾਦ ਨੂੰ ਵਸਾ ਕੇ ਰੱਖੋ। ਸਾਡੇ ਸਾਰੇ ਅੰਗ ਪਰਮਾਤਮਾ ਵੱਲ ਨੂੰ ਹੋਣੇ ਚਾਹੀਦੇ ਹਨ। ਹੱਥਾਂ ਨਾਲ ਉਹੀ ਕੰਮ ਕਰਨੇ ਜਿਹਨਾਂ ਗੁਰਬਾਣੀ ਆਗਿਆ ਦਿੰਦੀ ਹੈ। ਪੈਰ ਉਸ ਪਾਸੇ ਨੂੰ ਜਾਣੇ ਚਾਹੀਦੇ ਨੇ ਜਿੱਧਰ ਗੁਰਬਾਣੀ ਆਗਿਆ ਦਿੰਦੀ ਹੈ। ਗੁਰਬਾਣੀ ਦੇ ਵਿਰੁੱਧ ਪੈਰ ਨਹੀਂ ਜਾਣੇ ਚਾਹੀਦੇ। ਪੈਰ ਠੇਕੇ ਵੱਲ ਨੂੰ ਜਾ ਰਹੇ ਨੇ, ਗੁਰਬਾਣੀ ਦੀ ਆਗਿਆ ਨਹੀਂ ਦਿੰਦੇ। ਪੈਰ ਚੋਰੀ ਕਰਨ ਨੂੰ ਜਾ ਰਹੇ ਨੇ, ਗੁਰਬਾਣੀ ਆਗਿਆ ਨਹੀਂ ਦਿੰਦੀ। ਹੱਥਾਂ ਨਾਲ ਜੇਬਾਂ ਕੱਟੀਆਂ ਜਾ ਰਹੀਆਂ ਨੇ, ਬਾਣੀ ਇਸ ਦੀ ਆਗਿਆ ਨਹੀਂ ਦਿੰਦੀ। ਹੱਥਾਂ ਨਾਲ ਕੁੱਟਿਆ ਮਾਰਿਆ ਜਾ ਰਿਹਾ, ਬਾਣੀ ਇਸ ਦੀ ਆਗਿਆ ਨਹੀਂ ਦਿੰਦੀ। ਹੱਥਾਂ ਨਾਲ ਮਾੜੇ ਕੰਮ ਕੀਤੇ ਜਾਂਦੇ, ਬਾਣੀ ਇਸ ਦੀ ਆਗਿਆ ਨਹੀਂ ਦਿੰਦੀ। ਹੱਥਾਂ ਪੈਰਾਂ ਅੱਖਾਂ ਸਭ ਨਾਲ ਜਿੰਨੇ ਸਰੀਰ ਦੇ ਅੰਗ ਨੇ, ਸਾਰੇ ਅੰਗਾਂ ਦੀ ਵਰਤੋਂ ਗੁਰਬਾਣੀ ਅਨੁਸਾਰ ਕਰਨੀ ਚਾਹੀਦੀ ਹੈ। ਅੱਖਾਂ ਮਿਲੀਆਂ ਨੇ, ਕਹਿੰਦੇ ਗੁਰੂ ਦੇ ਪਰਮਾਤਮਾ ਦੇ ਦਰਸ਼ਨ ਕਰੋ। ਚਲੋ ਜੇ ਪਰਮਾਤਮਾ ਦੇ ਦਰਸ਼ਨ ਨਹੀਂ ਹੁੰਦੇ, ਗੁਰੂ ਦੇ ਤਾਂ ਹੋ ਹੀ ਸਕਦੇ ਨਾ। ਚਾਹੇ ਤੁਸੀਂ ਦੇਹਧਾਰੀ ਗੁਰੂ ਨੂੰ ਮੰਨ ਰਹੇ ਹੋ, ਚਾਹੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ, ਗੁਰੂ ਦੇ ਦਰਸ਼ਨ ਤਾਂ ਹੋ ਸਕਦੇ ਨੇ। ਇਸ ਲਈ ਅੱਖਾਂ ਨਾਲ ਗੁਰ ਪਰਮੇਸ਼ਰ ਦੇ ਦਰਸ਼ਨ ਕਰੋ, ਕੰਨਾਂ ਨਾਲ ਪਰਮਾਤਮਾ ਦੇ ਨਾਮ ਸੁਣੋ, ਕੀਰਤਨ ਸੁਣੋ, ਬਾਣੀ ਸੁਣੋ, ਮੁੱਖ ਨਾਲ ਨਾਮ ਜਪੋ, ਮੁੱਖ ਨਾਲ ਬਾਣੀ ਪੜ੍ਹੋ, ਨਾਮ ਜਪੋ। ਹਿਰਦੇ 'ਚ ਪਰਮਾਤਮਾ ਦੀ ਯਾਦ ਵਸਾ ਕੇ ਰੱਖੋ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਜਾਵਾਂਗੇ, ਅਸੀਂ ਪਰਮਾਤਮਾ ਦੇ ਨਾਲ ਜੁੜ ਜਾਵਾਂਗੇ। ਫਿਰ ਸਾਡਾ ਧਿਆਨ ਕਿਸੇ ਹੋਰ ਪਾਸੇ ਜਾਏਗਾ ਹੀ ਨਹੀਂ।
ਹੋਰ ਫਿਰ ਕਿਸੇ ਪਾਸੇ ਧਿਆਨ ਜਾਏਗਾ ਹੀ ਨਹੀਂ ਸਾਡਾ। ਅੱਗੇ ਕਬੀਰ ਸਾਹਿਬ ਕਹਿੰਦੇ, ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ। ਜਦੋਂ ਆਪਣੇ ਲਈ ਹੋਵੇ ਫਿਰ ਰਹੂੰ, ਊੜੇ ਨੂੰ ਬਿੰਦੀ ਲਾ ਕੇ ਬੋਲਿਆ ਜਾਂਦਾ, ਕਿਉਂਕਿ ਮੈਂ ਦੀ ਭਾਵਨਾ ਹੈ। ਜੇ ਬੋਲੋਗੇ ਰਹੋ, ਇਹ ਦੂਜੇ ਲਈ ਹੁੰਦਾ ਵੀ ਤੁਸੀਂ ਰਹੋ, ਉਹ ਆਪਣੇ ਲਈ ਕਹਿ ਰਹੇ ਨੇ। ਕਬੀਰ ਸੁਰਗ ਨਰਕ ਤੇ ਮੈਂ ਰਹਿਓ। ਹੁਣ ਮੈਨੂੰ ਨਾ ਤਾਂ ਸਵਰਗ ਦੀ ਇੱਛਾ ਰਹੀ ਹੈ ਵੀ ਮਰਨ ਤੋਂ ਬਾਅਦ ਮੈਨੂੰ ਸਵਰਗ ਮਿਲੇਗੀ, ਨਾ ਮੈਨੂੰ ਕੋਈ ਨਰਕ ਦਾ ਡਰ ਹੈ। ਮੈਂ ਇਹਨਾਂ ਦੋਨੋਂ ਤੋਂ ਰਹਿਤ ਹੋ ਗਿਆ, ਮੈਂ ਇਹਨਾਂ ਦੋਨਾਂ ਤੋਂ ਹੀ ਰਹਿਤ ਹੋ ਰਿਹਾ। ਸਵਰਗ ਜਾਣ ਦੀ ਮੇਰੀ ਕੋਈ ਇੱਛਾ ਨਹੀਂ ਹੈ, ਨਰਕ ਤੋਂ ਮੈਨੂੰ ਕੋਈ ਡਰ ਨਹੀਂ ਲੱਗਦਾ। ਕਿਉਂ? ਸਤਿਗੁਰ ਕੇ ਪ੍ਰਸਾਦ, ਗੁਰੂ ਦੀ ਕਿਰਪਾ ਹੋ ਗਈ ਮੇਰੇ 'ਤੇ, ਗੁਰੂ ਦੀ ਕਿਰਪਾ ਹੋ ਗਈ ਹੈ। ਗੁਰੂ ਕਹਿੰਦਾ ਨਾ ਸਵਰਗ ਦਾ ਖਿਆਲ ਰੱਖੋ, ਨਾ ਨਰਕ ਦਾ ਖਿਆਲ ਰੱਖੋ, ਤੁਸੀਂ ਤਾਂ ਸੱਚਖੰਡ ਜਾਣਾ, ਤੁਸੀਂ ਤਾਂ ਪਰਮਾਤਮਾ ਕੋਲੇ ਜਾਣਾ, ਤੁਸੀਂ ਸਵਰਗ ਤੋਂ ਕੀ ਲੈਣਾ। ਜਿਹੜਾ ਸਵਰਗ 'ਚ ਜਾਵੇਗਾ ਉਹਨੂੰ ਜਿੰਨੇ ਸਾਲਾਂ ਲਈ ਸਵਰਗ ਮਿਲਿਆ, ਉਸ ਤੋਂ ਬਾਅਦ ਉਹਨੂੰ ਫਿਰ ਮਨੁੱਖਾ ਜੀਵਨ ਲੈਣ ਧਾਰਨ ਕਰਨਾ ਪਏਗਾ ਜਦੋਂ ਸਵਰਗ ਦਾ ਸਮਾਂ ਮੁੱਕ ਗਿਆ। ਸੱਚਖੰਡ ਚਲੇ ਜਾਓਗੇ, ਤੁਹਾਡਾ ਜੰਮਣ ਮਰਨ ਹੀ ਖਤਮ ਹੋ ਗਿਆ ਹੈ। ਇਸ ਲਈ ਗੁਰੂ ਦੀ ਕਿਰਪਾ ਨਾਲ ਹੁਣ ਮੈਂ ਸਵਰਗ ਅਤੇ ਨਰਕ ਤੋਂ ਰਹਿਤ ਹੋ ਗਿਆ ਹਾਂ। ਪਰ ਨਾ ਸਵਰਗ ਜਾਣ ਦੀ ਮੇਰੀ ਕੋਈ ਇੱਛਾ ਰਹੀ ਹੈ ਅਤੇ ਨਾ ਨਰਕ ਤੋਂ ਮੈਨੂੰ ਕੋਈ ਡਰ ਲੱਗਦਾ ਹੈ, ਕਿਉਂਕਿ ਨਾਮ ਜਪਣ ਨੂੰ ਪਤਾ ਹੁੰਦਾ ਮੈਂ ਨਰਕਾਂ 'ਤੇ ਜਾ ਹੀ ਨਹੀਂ ਸਕਦਾ। ਅਤੇ ਨਰਕ ਦਾ ਵਿਰੋਧੀ ਸ਼ਬਦ ਹੈ ਸਵਰਗ, ਅਤੇ ਭਜਨ ਬੰਦਗੀ ਕਰਨਾ ਸਵਰਗ 'ਚ ਵੀ ਨਹੀਂ ਜਾਣਾ ਚਾਹੁੰਦਾ। ਉਹ ਕਹਿੰਦਾ ਮੈਂ ਤਾਂ ਸੱਚਖੰਡ ਜਾਣਾ, ਮੈਂ ਤਾਂ ਪਰਮਾਤਮਾ ਨੂੰ ਮਿਲਣਾ, ਅਤੇ ਪਰਮਾਤਮਾ ਸੱਚਖੰਡ 'ਚ ਰਹਿੰਦਾ, ਪਰਮਾਤਮਾ ਸੱਚਖੰਡ 'ਚ ਰਹਿੰਦਾ ਹੈ। ਅਤੇ ਜਿਹੜਾ ਪਰਮਾਤਮਾ ਦਾ ਭਗਤ ਹੈ ਉਹਦੀ ਇੱਛਾ ਹੁੰਦੀ ਮੈਂ ਤਾਂ ਪਰਮਾਤਮਾ ਨੂੰ ਮਿਲਣਾ, ਉਹਨੇ ਤਾਂ ਸੱਚਖੰਡ ਜਾਣਾ ਹੁੰਦਾ, ਉਹਨੂੰ ਸਵਰਗ ਦੀ ਕੋਈ ਇੱਛਾ ਨਹੀਂ ਹੁੰਦੀ। ਨਰਕ ਉਹਨੇ ਜਾਣੇ ਨਹੀਂ, ਇਸ ਲਈ ਉਹਨੂੰ ਨਰਕ ਦਾ ਕਾਹਦਾ ਡਰ ਹੈ, ਉਹਦਾ ਨਾਮ ਜਪਦਾ। ਜੇ ਨਾਮ ਜਪਣੇ ਨਰਕ ਨੂੰ ਚਲਾ ਜਾਏਗਾ ਫਿਰ ਸਵਰਗ ਨੂੰ ਕੌਣ ਜਾਏਗਾ? ਇਹ ਨਾ, ਇਸ ਲਈ ਨਾਮ ਜਪਣ ਵਾਲੇ ਦੇ ਇੱਛਾ ਹੀ ਇਹੋ ਜਿਹੀ ਕੋਈ ਨਹੀਂ ਹੁੰਦੀ, ਉਹਦੀ ਇੱਕੋ ਹੀ ਇੱਛਾ ਰਹਿ ਜਾਂਦੀ ਹੈ ਮੈਂ ਪਰਮਾਤਮਾ ਨੂੰ ਮਿਲਣਾ ਹੈ। ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਰਾਦ। ਮੈਂ ਤਾਂ ਪਰਮਾਤਮਾ ਦੇ ਚਰਨ ਕਮਲਾਂ ਦੀ ਮੌਜ 'ਚ ਰਹਿਣਾ, ਮੈਂ ਪਰਮਾਤਮਾ ਦੇ ਚਰਨ ਕਮਲਾਂ 'ਚ ਰਹਿਣਾ, ਬਸ ਤੇ ਮੌਜ ਹੀ ਮੌਜ ਹੈ। ਰਹੂੰ ਅੰਤ ਅਰ ਆਦ, ਆਦ ਤੋਂ ਲੈ ਕੇ ਅੰਤ ਤੱਕ ਭਾਵ ਸਾਰਾ ਸਮਾਂ। ਆਦ ਮੈਨੇ ਆਰੰਭ, ਅੰਤ ਮੈਨੇ ਅੰਤ, ਭਾਵ ਸਾਰਾ ਸਮਾਂ। ਮੈਂ ਤਾਂ ਹਰ ਵਕਤ ਪਰਮਾਤਮਾ ਦੇ ਚਰਨ ਕਮਲਾਂ 'ਚ ਰਹਿਣਾ, ਮੈਂ ਤਾਂ ਉੱਥੇ ਰਹਿਣਾ, ਇਸ ਲਈ ਮੌਜ ਹੈ। ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤਰ ਆਦ। ਮੈਂ ਤਾਂ ਪਰਮਾਤਮਾ ਦੇ ਚਰਨ ਕਮਲਾਂ ਦੇ ਵਿੱਚ ਰਹਿਣਾ, ਇਸ ਲਈ ਉੱਥੇ ਮੈਨੂੰ ਮੌਜ ਹੀ ਮੌਜ ਹੈ, ਹਮੇਸ਼ਾ ਮੈਂ ਤਾਂ ਮੌਜ ਵਿੱਚ ਹਾਂ। ਨਾਮ ਦੀ ਇੱਕ ਐਸੀ ਅਵਸਥਾ ਹੁੰਦੀ ਜਿੱਥੇ ਫਿਰ ਮੌਜ ਹੀ ਮੌਜ ਹੋ ਜਾਂਦੀ ਹੈ, ਚਿੰਤਾ ਚੁੰਤਾ ਸਭ ਖਤਮ ਹੋ ਜਾਂਦੀ ਹੈ। ਉਹਨੂੰ ਗਿਆਨ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਚਿੰਤਾ ਤਾਂ ਕਰੋ ਜੇ ਅਣਹੋਣੀ ਹੋਵੇ, ਅਣਹੋਣੀ ਨਹੀਂ ਹੁੰਦੀ, ਇਸ ਲਈ ਫਿਰ ਉਹ ਚਿੰਤਾ ਹੀ ਨਹੀਂ ਕਰਦਾ। ਤਾਂ ਇਹ ਸਿਆਣੇ ਕਹਿੰਦੇ ਚਿੰਤਾ ਨਾ ਕਰੋ, ਚਿੰਤਨ ਕਰੋ, ਚਿੰਤਾ ਨਾ ਕਰੋ, ਸਿਮਰਨ ਕਰੋ। ਕਿਉਂਕਿ ਸਿਮਰਨ ਕਰਨਾ ਤੁਹਾਡੀ ਚਿੰਤਾ ਖਤਮ ਹੋ ਜਾਏਗੀ। ਚਿੰਤਾ ਕਰਨ ਨਾਲ ਚਿੰਤਾ ਨਹੀਂ ਖਤਮ ਹੋਵੇਗੀ, ਚਿੰਤਾ ਕਰਨ ਨਾਲ ਚਿੰਤਾ ਨਹੀਂ ਖਤਮ ਹੋਵੇਗੀ, ਸਿਮਰਨ ਕਰਨ ਨਾਲ ਚਿੰਤਾ ਖਤਮ ਹੋਵੇਗੀ। ਬਸ
ਕੋਈ ਵੀ ਚਿੰਤਾ ਸਿਮਰਨ ਕਰੋ, ਚਿੰਤਾ ਖਤਮ ਹੋ ਜਾਏਗੀ, ਤੁਸੀਂ ਸੁਖੀ ਹੋ ਜਾਓਗੇ, ਆਨੰਦ 'ਚ ਹੋ ਜਾਓਗੇ। ਮਨੁੱਖ ਸਿਮਰਨ ਨਹੀਂ ਕਰਦਾ, ਚਿੰਤਾ ਕਰਦਾ ਰਹਿੰਦਾ ਹੈ। 11ਵੀਂ ਤੋਂ ਲੈ ਕੇ BA ਤੱਕ ਜਿਹੜਾ ਹੈ, ਮੈਂ ਅਤੇ ਮੇਰਾ ਦੋਸਤ ਇਕੱਠੇ ਇਮਤਿਹਾਨ ਦਿੰਦੇ ਸੀ। ਇਮਤਿਹਾਨਾਂ ਤੋਂ ਇੱਕ ਹਫ਼ਤਾ ਪਹਿਲਾਂ ਉਹਨੂੰ ਨਾ ਟੱਟੀਆਂ ਲੱਗ ਜਾਣੀ, ਬੁਖਾਰ ਹੋ ਜਾਣਾ। 11ਵੀਂ ਤੋਂ 14ਵੀਂ ਤੱਕ ਮੈਂ ਦੇਖਦਾ ਰਿਹਾ। ਮੈਂ ਉਹਨੂੰ ਡਾਕਟਰ ਕੋਲ ਲਿਜਾਣਾ। ਡਾਕਟਰਾਂ ਨੂੰ ਪਤਾ ਸੀ ਵੀ ਹਾਂ ਇਮਤਿਹਾਨ ਸ਼ੁਰੂ ਹੋਣ ਵਾਲੇ ਨੇ। ਉਹ ਕਹੇ ਜੀ ਇਹਨੂੰ ਐਗਜ਼ਾਮੀਨੇਸ਼ਨ ਫੀਵਰ ਹੈ, ਇਹਨੂੰ ਦੂਜਾ ਬੁਖਾਰ ਨਹੀਂ ਹੈ, ਇਹ ਇਮਤਿਹਾਨ ਦੀ ਚਿੰਤਾ ਕਰਦਾ, ਇਸ ਕਰਕੇ ਇਹਨੂੰ ਬੁਖਾਰ ਦੇ ਟੱਟੀਆਂ ਲੱਗੀਆਂ ਨੇ। ਜਦੋਂ ਪਹਿਲਾ ਪੇਪਰ ਹੋ ਗਿਆ ਬਸ ਇਹ ਠੀਕ ਹੋ ਜਾਏਗਾ। ਔਰ ਹਰ ਸਾਲ ਇਹੀ 4 ਸਾਲ ਮੈਂ ਵੇਖਦਾ ਇਹੀ ਹੁੰਦਾ ਸੀ, ਕਿਉਂਕਿ ਉਹ ਸਿਰ ਚਿੰਤਾ ਕਾਰਨ ਸੀ ਬੁਖਾਰ ਤੇ ਟੱਟੀਆਂ, ਵੀ ਹਾਂ ਜੀ ਪਤਾ ਨਹੀਂ ਮੈਂ ਪਾਸ ਹੋਵਾਂਗਾ ਕਿ ਨਹੀਂ ਹੋਵਾਂ। ਮੈਂ ਉਹਨੂੰ ਬੜਾ ਕਿਹਾ ਵੀ ਜਦੋਂ ਆਪਾਂ ਮਿਹਨਤ ਕਰ ਰਹੇ ਹਾਂ, ਫੇਲ ਹੋਣ ਦਾ ਕਿਆ ਮਤਲਬ ਹੈ? ਤੂੰ ਮਿਹਨਤ ਕਰ, ਤੂੰ ਪਾਸ ਫੇਲ ਹੋਣ ਦੀ ਚਿੰਤਾ ਕਿਉਂ ਕਰਦਾ? ਪਰ ਨਹੀਂ, ਕੁਦਰਤੀ ਸੁਭਾਅ ਬਣ ਜਾਂਦੇ ਬੰਦੇ ਦੇ, ਸੁਭਾਅ ਬਣ ਜਾਂਦੇ ਨੇ। ਉਹਨਾਂ ਨੂੰ ਫਿਰ ਇਸ ਕਰਕੇ ਚਿੰਤਾ ਕਾਰਨ ਬੁਖਾਰ ਹੁੰਦਾ, ਫਿਰ ਆਪੇ ਲੈ ਲੂ ਜਾਂਦਾ ਸੀ। ਕਹਿੰਦਾ ਹੁਣ ਜੇ ਇਹਦੇ ਤਸੱਲੀ ਲਈ ਮੈਂ ਥੋੜ੍ਹੀ ਦਵਾਈ ਦੇ ਦਿੰਦਾ ਵੀ ਚੱਲ ਦੇ ਮਨ ਨੂੰ ਮੈਨੂੰ ਦਵਾਈ ਮਿਲ ਗਈ ਹੈ, ਕਿਉਂਕਿ ਕੁਝ ਅਸਰ ਦਵਾਈ ਕਰਦੀ ਹੈ, ਕੁਝ ਇਹ ਮਨ ਕਰਦਾ ਵੀ ਹਾਂ ਮੈਂ ਦਵਾਈ ਖਾ ਲਿਆ ਹੁਣ ਮੈਂ ਠੀਕ ਹੋ ਜਾਵਾਂਗਾ। ਦਵਾਈ ਦੇ ਮਸਾਂ 50% ਅਸਰ ਕਰਦੀ ਹੈ, ਬਾਕੀ ਜਿਵੇਂ ਤੁਸੀਂ ਦੇਖਿਆ ਨਾ ਮਰੀਜ਼ ਹਾਏ ਹਾਏ ਕਰ ਰਿਹਾ, ਉਹਦੇ ਕਮਰੇ ਡਾਕਟਰ ਆ ਜਾਂਦਾ, ਮਰੀਜ਼ ਹਾਏ ਹਾਏ ਕਰਨੋਂ ਹਟ ਜਾਂਦਾ ਵੀ ਹਾਂ ਹੁਣ ਨਹੀਂ ਮੈਂ ਮਰਦਾ, ਡਾਕਟਰ ਆ ਗਿਆ। ਹਾਲਾਂਕਿ ਉਹਨੇ ਜੇ ਕੋਈ ਦਵਾਈ ਨਹੀਂ ਦਿੱਤੀ। ਡਾਕਟਰ ਦਾ ਆਉਣਾ ਹੀ ਮਰੀਜ਼ ਲਈ ਬੜਾ ਲਾਭਦਾਇਕ ਹੈ। ਅਤੇ ਕਿਤੇ ਡਾਕਟਰ ਕਹਿ ਦੇ ਇਹ ਤਾਂ ਪਹਿਲਾਂ ਨਾਲ ਠੀਕ ਹੋ ਰਿਹਾ, ਉਹ ਭਰਾਵਾ ਅਸੀਂ ਕਾਹਦੇ ਲਈ ਬੈਠੇ, ਤੂੰ ਕਿ ਚਿੰਤਾ ਕਰ, ਤੈਨੂੰ ਐਂ ਟੱਲੀਆਂ ਕਰਕੇ ਭੇਜਾਂਗੇ ਘਰ ਨੂੰ। ਬਈ ਰੋਜ਼ 1-2 ਵਾਰੀ ਕਹਿ ਦਿਓ ਮਰੀਜ਼ ਨੂੰ, ਮਰੀਜ਼ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਮਨ 'ਤੇ ਮਨੋਵਿਗਿਆਨਕ ਅਸਰ ਪੈਂਦਾ ਹੈ। ਮੰਨ ਲਓ ਮੇਰਾ ਰਿਸ਼ਤੇਦਾਰ ਹਸਪਤਾਲ, ਮੈਂ ਰਿਸ਼ਤੇਦਾਰ ਦੇ ਕੋਲ ਖੜ੍ਹਾ, ਡਾਕਟਰ ਸਾਹਿਬ ਕੋਲ ਖੜ੍ਹੇ ਨੇ, ਉਹ ਮੈਨੂੰ ਉੱਥੋਂ ਪਰਾਂ ਲੈ ਜਾਂਦੇ ਨੇ। ਜਿਹੜਾ ਸਿਆਣਾ ਮਰੀਜ਼ ਹੈ ਉਹ ਸਮਝ ਜਾਂਦਾ ਵੀ ਇਹ ਤਾਂ ਪਤਾ ਮੇਰੀ ਕੰਡੀਸ਼ਨ ਖਰਾਬ ਹੈ, ਜਿਹੜਾ ਡਾਕਟਰ ਨੂੰ ਪਰਾਂ ਜਾ ਕੇ ਦੱਸੇਗਾ। ਜੇ ਕੰਡੀਸ਼ਨ ਠੀਕ ਹੋ ਜਾਏ ਉੱਥੇ ਡਾਕਟਰ ਨੇ ਕਹਿ ਦੇਣਾ ਸੀ ਠੀਕ ਹੋ ਜਾਏਗਾ ਜੀ, ਕੋਈ ਫਿਕਰ ਨਹੀਂ। ਡਾਕਟਰ ਪਰਾਂ ਲੈ ਗਿਆ, ਉਹਨੂੰ ਹੋ ਜਾਂਦਾ ਵੀ ਹਾਂ ਇਹਦਾ ਮਤਲਬ ਕੋਈ ਗੜਬੜ ਹੈ, ਵੀ ਡਾਕਟਰ ਮੇਰੇ ਸਾਹਮਣੇ ਦੱਸਣਾ ਨਹੀਂ ਚਾਹੁੰਦਾ। ਕੋਸ਼ਿਸ਼ ਹੁੰਦੀ ਡਾਕਟਰ ਦੀ ਮਰੀਜ਼ ਨੂੰ ਨਾ ਪਤਾ ਲੱਗੇ ਅਸੀਂ ਕੀ ਕਹਿ ਰਹੇ ਹਾਂ। ਸੋ ਇਸ ਲਈ ਕਬੀਰ ਸਾਹਿਬ ਕਹਿੰਦੇ ਮੈਂ ਤਾਂ ਹਮੇਸ਼ਾ ਪਰਮਾਤਮਾ ਦੇ ਚਰਨ ਕਮਲਾਂ ਦੀ ਮੌਜ ਰਹਿਣਾ। ਮੈਂ ਪਰਮਾਤਮਾ ਯਾਦ ਨੂੰ ਹਿਰਦੇ 'ਚ ਵਸਾਈ ਰੱਖਦਾ, ਇਸ ਲਈ ਮੈਂ ਮੌਜ 'ਚ ਹਾਂ, ਕਿਉਂਕਿ ਜਿੱਥੇ ਪਰਮਾਤਮਾ ਦੀ ਯਾਦ ਹੈ ਉੱਥੇ ਹੋਰ ਕੁਛ ਹੋਰ ਨਹੀਂ ਹੋ ਸਕਦਾ। ਸਾਡਾ ਖਿਆਲ ਇੱਕ ਸਮੇਂ ਇੱਕੋ ਥਾਂ 'ਤੇ ਹੋ ਸਕਦਾ, 2 ਥਾਵਾਂ 'ਤੇ ਨਹੀਂ ਹੋ ਸਕਦਾ। ਜੇ ਮੇਰਾ ਧਿਆਨ ਬਾਣੀ ਵਿੱਚ ਹੈ ਤਾਂ ਸੰਸਾਰ 'ਚ ਨਹੀਂ ਹੋ ਸਕਦਾ, ਜੇ ਸੰਸਾਰ 'ਚ ਤਾਂ ਫਿਰ ਬਾਣੀ 'ਚ ਨਹੀਂ ਹੋ ਸਕਦਾ, ਇੱਕੋ ਥਾਂ 'ਤੇ ਹੀ ਹੋਵੇਗਾ। ਆਮ ਜਿਹੜਾ ਹੈ ਮਨ ਹੈ ਉਹ ਕੁਝ ਸਮਾਂ ਬਾਣੀ 'ਚ ਰਹਿੰਦਾ ਹੈ, ਫਿਰ ਸੰਸਾਰ 'ਚ ਚਲੇ ਜਾਂਦਾ ਹੈ। ਪਰ ਜਦੋਂ ਸੰਸਾਰ 'ਚ ਚਲੇ ਜਾਂਦਾ ਉਦੋਂ ਉਹਨੂੰ ਬਾਣੀ ਭੁੱਲ ਜਾਂਦੀ ਹੈ। ਜਦੋਂ ਬਾਣੀ 'ਚ ਮਨ ਲੱਗੇ ਉਹ ਸੰਸਾਰ ਭੁੱਲ ਜਾਂਦਾ ਹੈ। ਇੱਕ ਸਮੇਂ ਇੱਕੋ ਹੀ ਗੱਲ ਰਹਿੰਦੀ। ਜਿਵੇਂ ਹੁਣ ਬਿਜਲੀ ਦਾ ਚਾਨਣ ਹੈ, ਚਾਨਣ ਹੈ, ਹੁਣ ਹਨੇਰਾ ਕੋਈ ਨਹੀਂ। ਹੁਣੇ ਬਿਜਲੀ ਚਲੀ ਜਾਏ ਹਨੇਰਾ ਹੀ ਹਨੇਰਾ ਹੋ ਜਾਏਗਾ। ਚਾਨਣ ਅਤੇ ਹਨੇਰਾ ਦੋਨੋਂ ਇਕੱਠੇ ਨਹੀਂ ਰਹਿ ਸਕਦੇ। ਚਾਨਣ ਹੈ ਤਾਂ ਹਨੇਰਾ ਖਤਮ ਹੈ, ਜੇ ਹਨੇਰਾ ਤੇ ਇਹਦਾ ਮੈਂ ਹੁਣ ਚਾਨਣ ਨਹੀਂ ਹੈ। ਸੋ ਜਿੱਥੇ ਪਰਮਾਤਮਾ ਦੀ ਯਾਦ ਹੈ ਉੱਥੇ ਸਾਰੀਆਂ ਸੰਸਾਰਕ ਯਾਦਾਂ ਭੁੱਲ ਜਾਂਦੀਆਂ ਹਨ, ਅਤੇ ਸੰਸਾਰ ਨੂੰ ਭੁੱਲਣਾ ਹੀ ਅਸਲ 'ਚ ਆਨੰਦ ਹੈ। ਜਿੰਨਾ ਸਮਾਂ ਤੁਸੀਂ ਸੰਸਾਰ ਨੂੰ ਯਾਦ ਕਰਦੇ ਰਹੋਗੇ, ਸੰਸਾਰ 'ਚ ਵਿਚਰੋਗੇ,
ਸੰਸਾਰ ਤੇ ਦੁੱਖਾਂ ਦਾ ਘਰ ਹੈ, ਤੁਸੀਂ ਵੀ ਦੁਖੀ ਹੁੰਦੇ ਰਹੋਗੇ। ਜਿੰਨਾ ਸਮਾਂ ਤੁਹਾਡਾ ਧਿਆਨ ਸੰਸਾਰ ਵੱਲ ਰਹੇਗਾ, ਤੁਸੀਂ ਸੁਖੀ ਨਹੀਂ ਹੋ ਸਕਦੇ, ਦੁਖੀ ਰਹੋਗੇ। ਜਿੰਨਾ ਸਮਾਂ ਤੁਹਾਡਾ ਭਜਨ ਬੰਦਗੀ ਵੱਲ ਧਿਆਨ ਹੈ, ਉਹਨਾਂ ਸਮਾਂ ਤੁਸੀਂ ਆਨੰਦ 'ਚ ਰਹੋਗੇ। ਹੁਣ ਕਬੀਰ ਸਾਹਿਬ ਦਾ ਸਾਰਾ ਸਮਾਂ ਪਰਮਾਤਮਾ ਦੀ ਯਾਦ 'ਚ ਬੀਤਦਾ ਹੈ। ਇਸ ਲਈ ਕਹਿੰਦਾ ਮੈਂ ਤਾਂ ਮੌਜ 'ਚ, ਮੈਨੂੰ ਨਾ ਕਿਸੇ ਸਵਰਗ ਦੀ ਲੋੜ ਹੈ, ਨਾ ਮੈਨੂੰ ਕਿਸੇ ਨਰਕ ਦਾ ਡਰ ਹੈ। ਗੁਰੂ ਨੇ ਮੇਰੇ 'ਤੇ ਕਿਰਪਾ ਕਰਤੀ। ਸੋ ਜਿਹੜਾ ਨਾਮ ਜਪਦਾ ਰਹਿੰਦਾ ਜਪਦਾ ਰਹਿੰਦਾ ਜਪਦਾ, ਇੱਕ ਦਿਨ ਗੁਰੂ ਮਹਾਰਾਜ ਉਸ 'ਤੇ ਕਿਰਪਾ ਕਰ ਦਿੰਦੇ, ਉਸ 'ਤੇ ਕਿਰਪਾ ਕਰਦੇ। ਹੁਣ ਕੋਈ ਵੀ ਭਜਨ ਬੰਦਗੀ ਕਰਦਾ ਹੈ, ਉਹਦਾ ਮਨ ਨਹੀਂ ਟਿਕਿਆ ਕਰਦਾ। ਮਨ ਨੂੰ ਆਦਤ ਪਈ ਹੋਏ, ਇਹ ਮਨ ਹੈ ਅਵਾਰਾ ਗਰਦ। ਅਵਾਰਾ ਗਰਦ ਬੰਦਾ ਹੋਵੇ, ਅਵਾਰਾ ਗਰਦ ਪਸ਼ੂ ਹੋਵੇ, ਤੁਸੀਂ ਉਸ ਨੂੰ ਬੰਨ੍ਹ ਕੇ ਰੱਖਣਾ ਚਾਹੋ, ਬੜਾ ਔਖਾ ਫੀਲ ਕਰਦਾ ਹੈ। ਉਹ ਰੱਸੇ ਚੜਾਉਂਦਾ, ਸੰਗਲ ਚੜਾਉਂਦਾ, ਕਿੱਲੇ ਪੜਦਾ ਹੈ, ਕੋਸ਼ਿਸ਼ ਕਰਦਾ ਵੀ ਮੈਂ ਫਿਰ ਦੁਬਾਰਾ ਅਵਾਰਾ ਹੋ ਜਾ। ਹੁਣ ਜਦੋਂ ਮਨ ਨੂੰ ਤੁਸੀਂ ਬਾਣੀ ਅਤੇ ਸਿਮਰਨ ਵਾਲੇ ਪਾਸੇ ਲਾਉਣਾ ਹੈ, ਤਾਂ ਮਨ ਵਾਰੀ ਵਾਰੀ ਭਜਦਾ ਇੱਥੋਂ, ਕਿਉਂਕਿ ਉਹਨੂੰ ਆਦਤ ਨਹੀਂ ਟਿਕਣ ਦੀ। ਕਈ ਬੱਚੇ ਟਿੱਕੇ ਨਹੀਂ ਬਹਿੰਦੇ। ਕਈ ਬੀਬੀਆਂ ਛੋਟੇ ਬੱਚਿਆਂ ਨੂੰ ਨਾਲ ਲੈਂਦੇ, ਮਰਗ ਦਾ ਭੋਗ ਪੈ ਰਿਹਾ ਹੈ, ਨਾਲ ਲਾਈਆਂ ਨੇ। ਕਈ ਵਾਰੀ ਨਾਲ ਇਸ ਲਈ ਲਿਆਉਣਾ ਪੈਂਦਾ ਕਿ ਘਰ ਸਾਂਭਣ ਵਾਲਾ ਕੋਈ ਨਹੀਂ ਹੁੰਦਾ, ਛੋਟੇ ਬੱਚਿਆਂ ਨੂੰ ਨਾਲ ਲੈ ਆਓ। ਉਹਨਾਂ ਨੂੰ ਇੰਨੀ ਅਕਲ ਨਹੀਂ ਹੁੰਦੀ ਕਿ ਅੰਦਰ ਕੀਰਤਨ ਹੋ ਰਿਹਾ, ਸੰਗਤ ਬੈਠੀ ਹੈ, ਉਹਦਾ ਲੜਕਾ ਜੇ ਬੱਚਾ ਉੱਠ ਪੀ ਜਾ ਰਿਹਾ ਗੁਰਦੁਆਰੇ 'ਚ, ਉਹ ਦਿਆਲ ਵੇਖ ਵੇਖ ਕੇ ਖੁਸ਼ ਹੋ ਰਹੀ ਹੈ। ਇੰਨੀ ਸੋਝੀ ਨਹੀਂ ਵੀ ਕਿ ਇਹਨੂੰ ਮੈਂ ਬਾਹਰ ਲੈ ਜਾ, ਬਾਹਰ ਵਰਾਂਡੇ 'ਚ ਬਿਠਾ ਲਾਂ, ਉੱਥੇ ਟੱਪੀ ਜਾਏਗਾ, ਬਾਕੀ ਸੰਗਤ ਦਾ ਨਾ ਨੁਕਸਾਨ ਹੋਵੇ। ਠੀਕ ਹੈ, ਤੁਹਾਡਾ ਆਪਣੇ ਬੱਚੇ ਨਾਲ ਮੋਹ ਹੈ, ਪਰ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਤੁਹਾਡਾ ਬੱਚਾ ਗੁਰਦੁਆਰੇ ਟੱਪੀ ਜਾਏ। ਗੁਰਦੁਆਰਾ ਕੋਈ ਪਲੇ ਗਰਾਊਂਡ ਹੈ? ਗੁਰਦੁਆਰਾ ਪਲੇ ਗਰਾਊਂਡ ਨਹੀਂ ਹੈਗਾ ਵੀ ਤੁਹਾਡਾ ਬੱਚਾ ਉੱਥੇ ਅੰਦਰ ਸੰਗਤ ਦੇ ਵਿੱਚ ਨੱਚੀ ਟੱਪੀ ਜਾਵੇ। ਉਹ ਹੁਣ ਬੱਚਾ ਹੈਗਾ ਅਵਾਰਾਗਰਦ, ਅਸੀਂ ਝਿੜਕਦੇ ਹਾਂ, ਮਾਂ ਚੱਕ ਕੇ ਉਹਨੂੰ ਗੋਦੀ ਬਿਠਾਉਂਦੀ ਹੈ, ਉਹ ਫਿਰ ਜ਼ੋਰ ਲਾਉਂਦਾ, ਮਾਂ ਫਿਰ ਉਹਨੂੰ ਛੱਡ ਦਿੰਦੀ ਹੈ। ਇਹ ਨਹੀਂ ਕਿ ਬੱਚਾ ਮਾਂ ਨਾਲੋਂ ਤਕੜਾ ਵੀ ਧੱਕੇ ਨਾਲ ਨਿਕਲ ਗਿਆ ਨਾ, ਉਹ ਮੋਹ ਦੀ ਮਾਰੀ ਫਿਰ ਛੱਡੇ, ਉਹ ਫਿਰ ਟੱਪਣ ਲੱਗ ਜਾਂਦਾ। ਐਂ ਇੱਕ ਵਾਰੀ ਕਰੇ, ਮੈਂ ਗੁਲਜ਼ਾਰ ਸਿੰਘ ਨੂੰ ਕਿਹਾ ਵੀ ਇਸ ਬੱਚੇ ਨੂੰ ਚੱਕ ਕੇ ਨਾ ਬਾਹਰ ਰੱਖਿਆ, ਅਤੇ ਲਾਲ ਸਿੰਘ ਨੂੰ ਕਹਿੰਦਾ ਮੈਂ ਇਹਨਾਂ ਬੱਚੇ ਨੂੰ ਵੱਢਣਾ ਦਈ ਅੰਦਰ ਗੇੜ 'ਚ, ਕਿਆ ਇਹਨਾਂ ਗੰਦ ਪਾਇਆ ਇਹਨਾਂ ਨੇ। ਫਿਰ ਬੀਬੀ ਨੂੰ ਕੋਈ ਅਕਲ ਆਈ, ਹਾਂਜੀ, ਜਿਹਨੇ ਚੱਕਿਆ ਨਾ ਮੁੰਡਾ ਬਾਹਰ ਛੱਡਿਆ, ਭੱਜੀ ਗਈ ਫਿਰ ਬਾਹਰ। ਲਾਲ ਸਿੰਘ ਨੇ ਮੁੜ ਕੇ ਅੰਦਰ ਨਹੀਂ ਵੜ ਦਿੱਤੀ ਕਿ ਬਾਹਰ ਬੈਠੋ ਜੀ। ਆਪਣੀ ਸੰਗਤ ਨੂੰ ਤਾਂ ਪਤਾ ਹੈ ਮੇਰੇ ਸੁਭਾਅ ਦਾ, ਇਹ ਨਹੀਂ ਰੌਲਾ ਪਾਉਂਦੇ। ਦੂਜਿਆਂ ਨੂੰ ਫਿਰ ਸਾਨੂੰ ਐਂ ਕਰਨਾ ਪੈਂਦਾ। ਮੈਂ ਤਾਂ ਕਹਿ ਰਿਹਾ ਕਿ ਜੇ ਬੈਠੇ ਹੋਣ, ਜਿਹੜਾ ਕੋਈ ਸੁਣ ਰਿਹਾ ਹੋਵੇ, ਅੱਗੇ ਤੋਂ ਖਿਆਲ ਰੱਖਣਾ। ਪਹਿਲਾਂ ਤਾਂ ਛੋਟੇ ਬੱਚੇ ਨੂੰ ਨਾਲ ਲਿਆਈ ਦੇ ਹੀ ਨਹੀਂ, ਜੇ ਲੈ ਆਓ ਮੱਥਾ ਟੇਕ ਕੇ ਬਾਹਰ ਵਰਾਂਡੇ 'ਚ ਪੈ ਜਾਓ। ਅੱਜ ਕੱਲ੍ਹ ਸਪੀਕਰ ਥਾਂ 'ਤੇ ਸਭ ਥਾਂ 'ਤੇ ਗੱਲ ਸੁਣ ਰਹੀ ਹੁੰਦੀ ਹੈ, ਕਿਸੇ ਨੂੰ ਡਿਸਟਰਬ ਨਹੀਂ ਕਰੀਦਾ ਹੁੰਦਾ। ਇਹ ਨਹੀਂ ਤੁਹਾਡਾ ਬੱਚੇ ਦਾ ਮੋਹ ਹੈ ਅਤੇ ਦੂਜਿਆਂ ਨੂੰ ਤੁਸੀਂ ਦੁਖੀ ਕਰੀ ਜਾਓ। ਸੋ ਇਸ ਲਈ ਕਬੀਰ ਸਾਹਿਬ ਕਹਿੰਦੇ ਕਿ ਮੇਰਾ ਸਾਰਾ ਧਿਆਨ ਪਰਮਾਤਮਾ ਦੇ ਚਰਨ ਕਮਲਾਂ ਵੱਲ ਰਹਿੰਦਾ ਹੈ, ਇਸ ਲਈ ਮੈਂ ਮੌਜ 'ਚ ਰਹਿੰਦਾ। कबीर चरण कमल की मौज को कह कैसे उन्मान, कहबे को शोभा नहीं देखा ही प्रवान। कहते परमात्मा के चरण कमल च रहन की जी मौज है ना, कह कैसे उन्मान हुंदा अंदाज़ा, ਉਹਦਾ कोई अंदाज़ा किवें ला सकता है। कहबे को शोभा नहीं, जे मैं कहना ਤਾਂ ਫਿਰ ਮੈਂ ਪੂਰੀ ਵਡਿਆਈ ਕਰ ਨਹੀਂ ਸਕਦਾ। ਜੋ ਆਨੰਦ ਹੈ ਪਰਮਾਤਮਾ ਦੀ ਯਾਦ ਵਿੱਚ, ਕਹਿ ਜੇ ਮੈਂ ਕਹਿਣਾ ਤਾਂ ਮੈਂ ਪੂਰੀ ਸ਼ੋਭਾ ਨਹੀਂ ਕਰ ਸਕਦਾ। ਦੇਖਾ ਹੀ ਪ੍ਰਵਾਨ, ਹਾਂ ਜਿਹੜਾ ਦੇਖ ਲਵੇ, ਉਸ ਅਵਸਥਾ 'ਤੇ ਪਹੁੰਚ ਜਾਵੇ,
ਉਹ ਗੱਲ ਨੂੰ ਪ੍ਰਵਾਨ ਕਰ ਲਏਗਾ ਵੀ ਹਾਂ ਵਾਕਈ ਪਰਮਾਤਮਾ ਦੇ ਚਰਨ ਕਮਲ ਰਹਿ ਕੇ ਜਿਹੜੀ ਮੌਜ ਹੈ ਨਾ, ਉਹ ਬਾਹਰ ਕਿਤੇ ਵੀ ਨਹੀਂ ਹੈਗੀ। ਕਿਉਂਕਿ ਪਰਮਾਤਮਾ 'ਤੇ ਸੁੱਖ ਹੈ, ਸ਼ਾਂਤੀ ਹੈ, ਪਰਮਾਨੰਦ ਹੈ। ਉਹ ਤਾਂ ਪਰਮ ਆਨੰਦ ਹੈ। ਉਹਦੀ ਯਾਦ ਵਿੱਚ ਰਹਿਣ ਵਾਲਾ ਬੰਦਾ ਵੀ ਪਰਮ ਆਨੰਦ 'ਚ ਚਲਾ ਜਾਂਦਾ, ਉਹ ਆਨੰਦ 'ਤੇ ਰਹਿੰਦਾ ਹਮੇਸ਼ਾ। ਨੰਬਰ 2, ਉਹ ਪਰਮਾਤਮਾ ਦੀ ਰਜ਼ਾ 'ਚ ਰਹਿੰਦਾ ਹੈ। ਉਹਨੂੰ ਪਤਾ ਜੇ ਦੁੱਖ ਆਇਆ, ਬਿਮਾਰੀ ਆਈ ਹੈ, ਕੋਈ ਹੋਰ ਮੁਸੀਬਤ ਆਈ ਹੈ, ਇਹ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਨਹੀਂ ਆ ਸਕਦੇ। ਤਾਂ ਉਹ ਕਹਿੰਦਾ ਜੇ ਦੁੱਖ ਦੇ ਤਾਂ ਤੁਝੇ ਅਰਾਧੀ, ਸੁਖ ਪੀ ਤੁਝੇ ਧਿਆਈ। ਹੇ ਪਰਮਾਤਮਾ, ਜੇ ਤੂੰ ਦੁੱਖ ਦੇਵੇਂਗਾ ਤਾਂ ਵੀ ਤੇਰਾ ਨਾਮ ਜਪਾਂਗਾ, ਸੁੱਖ ਦੇਵੇਂਗਾ ਤਾਂ ਵੀ ਤੇਰਾ ਨਾਮ ਜਪਾਂਗਾ। ਉਹ ਦੁੱਖ ਵੇਲੇ ਦੁੱਖ ਹੀ ਨਹੀਂ ਹੁੰਦਾ। ਪਰਮਾਤਮਾ ਨੂੰ ਕੋਈ ਗਿਲਾ ਨਹੀਂ ਕਰਦਾ ਵੀ ਮੈਂ ਤੇਰਾ ਨਾਮ ਜਪਦਾ ਸੀ, ਮੈਂ ਤੇਰੀ ਬਾਣੀ ਪੜ੍ਹਦਾ ਸੀ, ਤੂੰ ਮੈਨੂੰ ਕਿਉਂ ਦੁੱਖ ਦਿੱਤਾ। ਉਹਦੀ ਰਜ਼ਾ 'ਚ ਰਹਿੰਦਾ, ਕਿਉਂਕਿ ਪਿਆਰ ਕਹਿੰਦੇ ਇਸ ਨੂੰ ਨੇ। ਜੇ ਰਜ਼ਾ 'ਚ ਨਹੀਂ ਰਹਿਣਾ ਤਾਂ ਫਿਰ ਉੱਥੇ ਮੋਹ ਹੈ। ਜਿੱਥੇ ਮੋਹ ਹੋਏਗਾ ਉੱਥੇ ਅਸੀਂ ਕਹਿੰਦੇ ਵੀ ਮੈਂ ਇਹਨੂੰ ਪਿਆਰ ਕਰਦਾ, ਬਦਲੇ 'ਚ ਮੈਨੂੰ ਪਿਆਰ ਮਿਲੇ। ਐਕਚੁਅਲੀ ਪਿਆਰ ਨਹੀਂ ਕੋਈ ਕਰ ਰਿਹਾ ਹੁੰਦਾ, ਸਰੀਰਾਂ ਨਾਲ ਪਿਆਰ ਨਹੀਂ ਹੁੰਦਾ, ਸਰੀਰਾਂ ਨਾਲ ਮੋਹ ਹੁੰਦਾ ਹੈ। ਪਰ ਉਹ ਨਾ ਪਤਾ ਹੋਣ ਕਰੇ ਸਾਰੇ ਲਵ ਸ਼ਬਦ ਹੀ ਵਰਤਦੇ ਨੇ। ਲਵ ਸ਼ਬਦ, ਪਿਆਰ ਵਰਤਦੇ ਸ਼ਬਦ। ਪਿਆਰ ਪਰਮਾਤਮਾ ਨਾਲ ਹੁੰਦਾ ਕਿਉਂਕਿ ਉਹ ਸਰੀਰ ਨਹੀਂ ਹੈ, ਸਰੀਰਾਂ ਨਾਲ ਮੋਹ ਹੁੰਦਾ। ਮੋਹ ਦੇ ਵਿੱਚ ਲੈਣਾ ਅਤੇ ਦੇਣਾ ਹੁੰਦਾ। ਮਾਂ ਦਾ ਬੱਚੇ ਨਾਲ ਮੋਹ ਹੈ। ਮਾਂ ਇਹ ਇੱਛਾ ਰੱਖਦੀ ਹੈ ਬੱਚਾ ਵੱਡਾ ਹੋ ਕੇ ਸਾਡੀ ਸਹਾਇਤਾ ਕਰੇਗਾ। ਮੋਹ ਦੀ ਨਿਸ਼ਾਨੀ ਹੈ। ਮੋਹ ਦੇ ਵਿੱਚ ਜੋ ਅਸੀਂ ਕਿਸੇ ਲਈ ਕਰਦੇ ਹਾਂ ਉਹਦੇ ਬਦਲੇ ਚਾਹੁੰਦੇ ਕਿ ਉਹ ਵੀ ਸਾਡੇ ਨਾਲ ਉਸ ਤਰ੍ਹਾਂ ਦਾ ਕਰੇ। ਪਰ ਪਿਆਰ ਦੇ ਵਿੱਚ ਕੁਛ ਉਮੀਦ ਨਹੀਂ ਰੱਖੀ ਜਾਂਦੀ। ਪਿਆਰ ਕੀਤਾ ਜਾਂਦਾ ਹੈ, ਉਹਦੇ ਬਦਲੇ 'ਚ ਕੁਛ ਨਹੀਂ ਉਮੀਦ ਰੱਖੀ ਜਾਂਦੀ ਵੀ ਮੰਗਣਾ ਉਹਦੇ ਬਦਲੇ 'ਚ। ਪਿਆਰ ਦੀ ਇਹੀ ਨਿਸ਼ਾਨੀ ਹੁੰਦੀ ਹੈ। ਮੋਹ ਦੇ ਵਿੱਚ ਉਮੀਦ ਹੁੰਦੀ ਹੈ ਕਿ ਮੈਂ ਇਹਨੂੰ ਮੋਹ ਕਰਦਾ, ਇਹ ਵੀ ਮੈਨੂੰ ਕਰੇਗਾ। ਮੈਂ ਇਹਦੀ ਸਹਾਇਤਾ ਕਰਦਾ, ਕੱਲ੍ਹ ਨੂੰ ਇਹ ਵੀ ਮੇਰੀ ਸਹਾਇਤਾ ਕਰੇਗਾ। ਅੱਜ ਮੈਂ ਇਹਨੂੰ ਉਧਾਰ ਦਿੱਤਾ, ਕੱਲ੍ਹ ਨੂੰ ਇਹ ਵੀ ਮੈਨੂੰ ਲੋੜ ਪੈ ਉਧਾਰ ਦੇਵੇਗਾ। ਮੈਂ ਸੇਵਾ ਦੀ ਕਰ ਰਹੀ ਹਾਂ, ਬੁਢਾਪੇ ਮੇਰੀ ਸੇਵਾ ਕਰਨਗੇ। ਇਹ ਮੋਹ ਹੈ। ਪਿਆਰ 'ਚ ਨਹੀਂ ਉਮੀਦ ਰੱਖੀ ਜਾਂਦੀ। ਜਿਹੜਾ ਸਿੱਖ ਗੁਰੂ ਨੂੰ, ਪਰਮਾਤਮਾ ਨੂੰ ਪਿਆਰ ਕਰਦਾ ਨਾ, ਉਹਦੇ ਬਦਲੇ 'ਚ ਨਹੀਂ ਕੋਈ ਉਮੀਦ ਕਰਦਾ ਵੀ ਗੁਰੂ ਅਤੇ ਪਰਮਾਤਮਾ ਮੈਨੂੰ ਆਹ ਦੇਵੇ। ਉਹ ਬਦਲੇ 'ਚ ਕੁਛ ਉਮੀਦ ਨਹੀਂ ਰੱਖਦਾ ਕਿਉਂਕਿ ਉਹ 'ਤੇ ਪਿਆਰ ਕਰਦਾ ਬਸ। ਜਦੋਂ ਤੁਸੀਂ ਪਿਆਰ 'ਚ ਆ ਕੇ ਗੁਰਦੁਆਰੇ ਜਾਵੋਗੇ ਹੋਰ ਗੱਲ ਹੈ। ਜੇ ਤੁਸੀਂ ਭਾਈ ਮੋਹ ਦੇ ਤੌਰ 'ਤੇ ਗਏ ਫਿਰ ਤਾਂ ਤੁਸੀਂ ਮੰਗੋਗੇ। ਗੁਰੂ ਨੇ ਨਾ ਦਿੱਤਾ, ਤੁਸੀਂ ਮੁੜ ਕੇ ਗੁਰਦੁਆਰੇ ਜਾਣਾ ਬੰਦ ਕਰ ਦਿਓਗੇ। ਜਿੱਥੇ ਪਿਆਰ ਹੈ ਉੱਥੇ ਬੰਦ ਨਹੀਂ ਕਰਦਾ ਬੰਦਾ। ਭਾਵੇਂ ਗੁਰੂ ਮਹਾਰਾਜ ਝਿੜਕੇ, ਭਾਵੇਂ ਗੁਰੂ ਮਹਾਰਾਜ ਭਾਵੇਂ ਝਿੜਕ ਵੀ ਦੇਣ ਤਾਂ ਵੀ ਉਹ ਖਿੜੇ ਮੱਥੇ ਪ੍ਰਵਾਨ ਕਰਦੇ। ਜੇ ਨਾਰਾਜ਼ ਨਹੀਂ ਹੁੰਦਾ ਵੀ ਗੁਰੂ ਨੇ ਤਾਂ ਮੈਨੂੰ ਭਰੀ ਸਭਾ ਝਿੜਕਦਾ, ਮੈਂ ਨਹੀਂ ਆਉਂਦਾ, ਇਹ ਨਹੀਂ ਹੁੰਦਾ। ਇਹਦਾ ਮਤਲਬ ਪਿਆਰ ਨਹੀਂ ਹੈ। ਸੋ ਇਸ ਲਈ ਕਹਿੰਦੇ ਕਬੀਰ, ਦੇਖ ਕੇ ਕੀ ਕਹੂੰ ਕਹੇ ਨਾ ਕੋ ਪਤੀ ਆਏ। ਮੈਂ ਪਰਮਾਤਮਾ ਨੂੰ ਵੇਖ ਕੇ ਕੀ ਕਹਾਂ। ਜੇ ਮੈਂ ਕੁਝ ਕਹਿਣਾ ਪਰਮਾਤਮਾ ਇਹੋ ਜਿਹਾ, ਕਿਸੇ ਨੂੰ ਵਿਸ਼ਵਾਸ ਨਹੀਂ ਹੁੰਦਾ। ਪਤੀ ਆਏ ਤਾਂ ਵਿਸ਼ਵਾਸ ਹੋਣਾ। ਤੁਸੀਂ ਕਿਸੇ ਨੂੰ ਰੱਬ ਬਾਰੇ ਦੱਸੋ, ਅਗਲਾ ਵਿਸ਼ਵਾਸ ਹੀ ਨਹੀਂ ਕਰਦਾ। ਆਹ ਇਹਨੂੰ ਹੋਏ ਰੱਬ ਦੇ ਦਰਸ਼ਨ ਨਾਲ ਹੋਰ ਕੁਛ ਐਂ ਕੋ ਕਹਿਣਗੇ। ਵਿਸ਼ਵਾਸ ਹੀ ਨਹੀਂ ਕਰਦੇ ਲੋਕ। ਕਬੀਰ ਦੇਖ ਕੇ ਕੀ ਕਹੂੰ ਕੇ ਬਿਨ ਕੀ। ਦੇ ਪਰਮਾਤਮਾ ਨੂੰ ਵੇਖ ਕੇ ਮੈਂ ਕੀ ਕਹਾਂ। ਕਹੇ ਨਾ ਕੋ ਪਤੀ ਆਏ। ਜੇ ਮੈਂ ਕਹਿਣਾ ਤਾਂ ਕਿਸੇ ਨੂੰ ਵਿਸ਼ਵਾਸ ਨਹੀਂ ਆਉਂਦਾ। ਹਰ ਜੈਸਾ ਤੈਸਾ ਉਹੀ। ਪਰਮਾਤਮਾ ਜਿਹੋ ਜਿਹਾ ਹੈ ਉਹੋ ਜਿਹਾ ਹੀ ਹੈ। ਰਹੂੰ ਹਰਖ ਗੁਣ ਗਾਏ। ਹਰਖ ਹਿੰਦੀ ਸ਼ਬਦ ਹਰਸ਼, ਹਾਹਾ ਰਾਰਾ ਸ਼ਸ਼ਾ। ਹਰਸ਼ ਤੋਂ ਗੁਰਬਾਣੀ ਬਣਾ ਹਰਖ, ਖੁਸ਼ੀ।
ਰਹੂੰ ਹਰਕ ਗੁਣ ਗਾਏ। ਮੈਂ ਤਾਂ ਖੁਸ਼ੀ ਨਾਲ ਪਰਮਾਤਮਾ ਦੇ ਗੁਣ ਗਾਉਂਦਾ ਰਹਿਣਾ ਬਸ। ਕਿਸੇ ਨੂੰ ਨਹੀਂ ਵਿਸ਼ਵਾਸ ਦਾ ਨਾ ਆਵੇ, ਪਰਮਾਤਮਾ ਜਿਹੋ ਜਿਹਾ ਹੈ ਉਹੋ ਜਿਹਾ ਹੀ ਹੈ। ਬਸ ਮੈਂ ਤਾਂ ਖੁਸ਼ੀ ਦੇ ਨਾਲ ਦੇ ਗੁਣ ਗਾਉਂਦਾ ਰਹਿਣਾ ਬਸ। ਸਾਡਾ ਕੰਮ ਹੈ ਪਰਮਾਤਮਾ ਦੇ ਗੁਣ ਗਾਈ ਜਾਣਾ। ਲੋਕਾਂ ਨੂੰ ਵਿਸ਼ਵਾਸ ਆਵੇ ਨਾ ਆਵੇ। ਹੁਣ ਬਾਣੀ ਕਹਿੰਦੇ ਭਾਈ ਨਾਮ ਜਪੋ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੇ। ਵੀ ਤੁਸੀਂ ਸਿਮਰਨ ਕਰੋ, ਜਿਹੜੇ ਤੁਹਾਡੇ ਅੰਦਰ ਤ੍ਰਿਸ਼ਨਾਵਾਂ ਨੇ ਖਤਮ ਹੋ ਜਾਣਗੀਆਂ। ਨਹੀਂ, ਇਹ ਤ੍ਰਿਸ਼ਨਾਵਾਂ ਰੱਖੀ ਬੈਠੇ, ਉਹਨਾਂ ਨੂੰ ਛੱਡਦਾ ਨਹੀਂ ਹੈ, ਦੁਖੀ ਹੋਈ ਜਾਂਦਾ ਕਿਉਂਕਿ ਤ੍ਰਿਸ਼ਨਾ ਪੂਰੀ ਨਹੀਂ ਹੋ ਰਹੀ, ਛੱਡਦਾ ਹੈ ਨਹੀਂ, ਦੁਖੀ ਹੁੰਦਾ ਰਹਿੰਦਾ। ਜਾਂ ਤਾਂ ਛੱਡ ਦਿਓ ਅਤੇ ਜਾਂ ਫਿਰ ਸਿਮਰਨ ਕਰੋ ਵੀ ਤ੍ਰਿਸ਼ਨਾ ਖਤਮ ਹੀ ਹੋ ਜਾਵੇ। ਸਿਮਰੋ ਸਿਮਰ ਸਿਮਰ ਸੁਖ ਪਾਵਾਂ। ਮੈਂ ਕਹਿੰਦਾ ਸਿਮਰਨ ਕਰਦਾ ਸੁਖ ਪਾਉਣਾ ਹਾਂ। ਜੇ ਗੁਰੂ ਬਾਰੇ ਸੁਖ ਪਾਉਂਦੇ ਫਿਰ ਸਿੱਖ ਵੀ ਸੁਖ ਪਾ ਸਕਦਾ ਹੈ। ਸਿੱਖ ਵੀ ਸਿਮਰਨ ਕਰੇ। ਉਹ ਜੀ ਸਿਮਰਨ ਕਰਨਾ ਸੁੱਖ ਕਿਵੇਂ ਮਿਲੂਗਾ? ਉਹਨੂੰ ਪਤਾ ਹੋਣਾ ਚਾਹੀਦਾ ਵੀ ਦੁੱਖ ਕਿਉਂ ਹੈ, ਤੂੰ ਦੁਖੀ ਕਿਉਂ ਹੈ। ਲੋਕਾਂ ਨੂੰ ਇਹੀ ਨਹੀਂ ਪਤਾ ਮੈਂ ਦੁਖੀ ਕਿਉਂ ਹਾਂ। ਜੇ ਉਹ ਕਾਰਨ ਲੱਭਣ ਤਾਂ ਫਿਰ ਉਹਦਾ ਕੋਈ ਹੱਲ ਮਿਲੇਗਾ। ਮੇਰੀ ਢਿੱਡ ਪੀੜ ਹੋ ਰਹੀ ਹੈ, ਡਾਕਟਰ ਨੂੰ ਕਾਰਨ ਹੀ ਨਹੀਂ ਲੱਭ ਰਿਹਾ ਵੀ ਕਿਉਂ ਹੋ ਰਹੀ ਹੈ। ਉਹ ਕੀ ਇਲਾਜ ਕਰੇਗਾ? ਉਹ ਕੀ ਇਲਾਜ ਕਰੇਗਾ? ਉਹ ਕਹੇਗਾ ਜੀ ਪੇਟ ਦਾ ਅਲਟਰਾਸਾਊਂਡ ਕਰਾ ਲਓ, ਸ਼ਾਇਦ ਪਤਾ ਲੱਗ ਜੇ ਕਾਰਨ ਦਾ ਕੋਈ। ਜਦੋਂ ਉਹਨੂੰ ਕਾਰਨ ਦਾ ਪਤਾ ਲੱਗ ਜਾਏਗਾ ਫਿਰ ਦਵਾਈ ਦੇਣੀ ਸ਼ੁਰੂ ਕਰ ਦੇਗਾ। ਮਨੁੱਖ ਦੁਖੀ ਹੈ, ਇਹ ਕਾਰਨ ਨਹੀਂ ਲੱਭਦਾ। ਅਤੇ ਜੇ ਇਹਨੂੰ ਕੋਈ ਕਾਰਨ ਦੱਸਦਾ ਹੈ ਉਸ 'ਤੇ ਵਿਸ਼ਵਾਸ ਨਹੀਂ ਕਰਦਾ। ਹੁਣ ਗੁਰੂ ਮਹਾਰਾਜ ਕਹਿੰਦੇ ਵੀ ਹੇ ਸਿੱਖਾ, ਜੇ ਤੂੰ ਦੁਖੀ ਹੈ ਤੂੰ ਆਪਣੇ ਹੀ ਮਾੜੇ ਕਰਮਾਂ ਕਾਰਨ ਦੁਖੀ ਹੈ। ਜੇ ਮੈਂ ਤਾਂ ਕੋਈ ਮਾੜਾ ਕੰਮ ਨਹੀਂ ਕਰਦਾ, ਉਹ ਕਹਿੰਦੇ ਠੀਕ ਹੈ ਹੁਣ ਤੂੰ ਨਹੀਂ ਕੀਤਾ। ਕੋਈ ਬਿਮਾਰੀ ਸਾਨੂੰ ਕਈ ਵਾਰੀ ਤੁਰੰਤ ਨਹੀਂ ਲੱਗਦੀ, ਕਾਫੀ ਦੇਰ ਬਾਅਦ ਜਾ ਕੇ ਲੱਗਦੀ ਹੈ। ਮੈਂ ਗੰਦ ਖਾਈ ਜਾਂਦਾ ਹੈ, ਜਿਹੜਾ ਕਿ ਡਾਕਟਰੀ ਪੁਆਇੰਟ ਤੋਂ ਨਹੀਂ ਖਾਣਾ ਚਾਹੀਦਾ ਖਾਈ ਤਾਂ ਹੋ ਸਕਦਾ 6 ਮਹੀਨੇ ਸਾਲ ਨੂੰ ਮੈਨੂੰ ਬਿਮਾਰੀ ਲੱਗ ਜੇ। ਜਦੋਂ ਮੈਨੂੰ ਬਿਮਾਰੀ ਲੱਗੂ ਤਾਂ ਭਾਵੇਂ ਕੁਝ ਦਿਨ ਪਹਿਲਾਂ ਮੈਂ ਛੱਡ ਦੇਵਾਂ ਉਹ ਗੰਦ ਖਾਣਾ, ਪਰ ਉਹਦਾ ਤਾਂ ਅਸਰ ਹੋ ਗਿਆ। ਗੁਰੂ ਮਹਾਰਾਜ ਗੁਰਬਾਣੀ ਲਈ ਕਹਿੰਦੇ ਹੇ ਬੰਦਿਆ, ਤੂੰ ਮਾੜਾ ਕੰਮ ਕੀਤਾ ਪਿਛਲੇ ਜਨਮ 'ਚ, ਇਸ ਕਾਰਨ ਤੇਰੀ ਜ਼ਿੰਦਗੀ ਦੁੱਖ ਹੈ। ਤੇਰੇ ਰੋਣ ਪਿੱਟਣ ਨਾਲੇ ਦੂਰ ਨਹੀਂ ਹੋਣਾ, ਚਿੰਤਾ ਕਰਨ ਨਾਲ ਦੂਰ ਨਹੀਂ ਹੋਣਾ। ਤੂੰ ਬਾਣੀ ਪੜ੍ਹ, ਨਾਮ ਜਪ, ਉਹਦੇ ਨਾਲ ਕੀ ਹੋਏਗਾ? ਹੌਲੀ ਹੌਲੀ ਜਿਹੜਾ ਤੇਰਾ ਉਹ ਪਾਪ ਕਰਮ ਕੀਤਾ ਜਿਸ ਕਾਰਨ ਦੁੱਖ ਹੈ ਉਹ ਖਤਮ ਹੋ ਜਾਏਗਾ। ਜਦੋਂ ਕਰਮ ਖਤਮ ਹੋਏਗਾ ਤੇਰਾ ਦੁੱਖ ਆਪਣੇ ਆਪ ਸਮਾਪਤ ਹੋ ਜਾਏਗਾ। ਇਸ ਤਰ੍ਹਾਂ ਕਰਨ ਨੂੰ ਤਿਆਰ ਨਹੀਂ। ਇਸ ਤਰ੍ਹਾਂ ਮਨੁੱਖ ਕਰਨ ਨੂੰ ਤਿਆਰ ਨਹੀਂ, ਇਸ ਲਈ ਦੁਖੀ ਹੋ ਹੀ ਰਹਿੰਦਾ। ਪਹਿਲਾਂ ਤਾਂ ਇਹਨੂੰ ਗਿਆਨ ਹੀ ਨਹੀਂ। ਜੇ ਕੋਈ ਗਿਆਨ ਦਿੰਦਾ ਉਹਨੂੰ ਮੰਨਦਾ ਨਹੀਂ, ਉਹਨੂੰ ਮੰਨਦਾ ਹੀ ਨਹੀਂ। ਜੇ ਕੋਈ ਮੰਨ ਲੈਂਦਾ ਤਾਂ ਉਸ ਤਰ੍ਹਾਂ ਕਰਦਾ ਨਹੀਂ। ਇਹ ਨਾ ਕਿਹੜਾ ਇੱਕ ਸਿਆਪਾ ਹੈ। ਪਹਿਲਾਂ ਤਾਂ ਗਿਆਨ ਹੀ ਨਹੀਂ ਹੈ ਵੀ ਮੈਂ ਦੁਖੀ ਕਿਉਂ। ਗੁਰੂ ਮਹਾਰਾਜ ਕਹੇ ਤੂੰ ਆਪਣੇ ਪਾਪ ਕਰਮਾਂ ਕਾਰਨ ਦੁਖੀ ਹੈ। ਪਹਿਲਾਂ ਤਾਂ ਮੰਨਣ ਨੂੰ ਤਿਆਰ ਹੀ ਨਹੀਂ ਜੀ ਉਹ ਫਲਾਣੇ ਕਰਕੇ ਮੈਂ ਤਾਂ ਜੀ ਉਹ ਫਲਾਣੇ ਕਰਕੇ। ਦੂਜਿਆਂ ਨੂੰ ਦੋਸ਼ ਦੇਣ ਦੀ ਕੋਸ਼ਿਸ਼ ਕਰਦਾ ਹੈ, ਮੈਂ ਤਾਂ ਫਲਾਣੇ ਕਰਕੇ ਦੁਖੀ ਹਾਂ ਜੀ। ਗੁਰੂ ਮਹਾਰਾਜ ਕਹੇ ਦੱਦਾ ਦੋਸ਼ ਨ ਦੇਊਂ ਕਿਸੈ, ਦੋਸ਼ ਕਰਮਾਂ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੈ ਅਵਰਜਨ। ਕਹਿੰਦੇ ਮੈਂ ਤਾਂ ਆਪਣੇ ਕਰਮਾਂ ਕਰ ਦੁਖੀ। ਚਲੋ ਇਹ ਵੀ ਇੰਨੀ ਗੱਲ ਵੀ ਸਮਝਿਆ ਕਿ ਭਾਈ ਤੂੰ ਮਾੜੇ ਕਰਮ ਕੀਤੇ ਸੀ, ਇਸ ਕਰਕੇ ਤੂੰ ਦੁੱਖ ਗਰੀਬੀ ਬਿਮਾਰੀ ਭੋਗ ਰਿਹਾ ਹੈ। ਫਿਰ ਜੇ ਥੋੜ੍ਹਾ ਜਿਹਾ ਵੀ ਸਿਆਣੇ ਪੁੱਛੇਗਾ ਜੀ ਤਾਂ ਕੋਈ ਹੱਲ ਦੱਸ ਦਿਓ ਜੀ, ਉਹ ਕਹਿਣਗੇ ਨਾਮ ਜਪ। ਨਾਮ ਜਪ ਕਿਹੜਾ ਨਾਮ ਜਪਾਂ? ਕਿ ਜਿਹੜਾ ਤੈਨੂੰ ਗੁਰਮੰਤਰ ਮਿਲੇਗਾ। ਹੁਣ ਇਹ ਗੁਰਮੰਤਰ ਲੈਣ ਨੂੰ ਤਿਆਰ ਨਹੀਂ।
ਇਹ ਅੰਮ੍ਰਿਤ ਛਕਣ ਨੂੰ ਤਿਆਰ ਨਹੀਂ। ਨਾਮ ਤੇ ਉਹੀ ਅਸਰ ਕਰਦਾ ਜਿਹੜਾ ਗੁਰੂ ਦੇਵੇਗਾ। ਉਹੀ ਤੇ ਰੱਬ ਦੇ ਸਾਡੇ ਕੋਈ ਨਾਮ ਨੇ, ਪਰ ਕਿਹੜਾ ਨਾਮ ਫਲੀਭੂਤ ਹੁੰਦਾ ਜਿਹੜਾ ਗੁਰੂ ਨੇ ਦਿੱਤਾ ਹੁੰਦਾ ਹੈ। ਗੁਰੂ ਧਾਰਨ ਕਰਨਾ ਪਏਗਾ। ਛੇਤੀ ਛੇਤੀ ਇਹ ਤਿਆਰ ਨਹੀਂ। ਚਲੋ ਜੇ ਧਾਰਨ ਕਰ ਲੈਂਦਾ ਤਾਂ ਗੁਰੂ ਮਹਾਰਾਜ ਕਹਿੰਦੇ ਭਾਈ ਨਾਮ ਜਪੋ ਵੱਧ ਤੋਂ ਵੱਧ, ਤੁਹਾਡਾ ਜਿਹੜਾ ਪਾਪ ਕਰਮ ਖਤਮ ਹੋ ਜਾਏਗਾ, ਫਿਰ ਤੁਸੀਂ ਸੁਖੀ ਹੋ ਜਾਓਗੇ। ਇਸ ਲਈ ਇਹ ਕੋਈ ਵਿਰਲਾ ਟਾਵਾਂ ਕਰਦਾ ਹੈ। ਇਸ ਲਈ ਵਿਰਲੇ ਟਾਵੇਂ ਸੁਖੀ ਨੇ, ਬਾਕੀ ਤਾਂ ਦੁਨੀਆ ਦੁਖੀ ਫਿਰੀ ਜਾਂਦੀ। ਤੁਹਾਡੇ ਬੱਚੇ ਰੁਜ਼ਗਾਰ ਨਹੀਂ ਮਿਲ ਰਿਹਾ, ਤੁਸੀਂ ਇੱਥੋਂ ਅਰਦਾਸ ਕਰੇ, ਮੈਂ ਕਹਿੰਦਾ ਜੀ ਫਲਾਂ ਬੱਚੇ ਨੂੰ ਕਹੋ ਆਹ ਪਾਠ ਹਰ ਰੋਜ਼ 2 ਘੰਟੇ ਕਰਿਆ ਕਰੇ, ਸਵਾਲ ਹੀ ਪੈਦਾ ਨਹੀਂ ਕਰੇ। ਉਹ ਉਂਝ ਕਹੂਗਾ ਮੈਨੂੰ ਨੌਕਰੀ ਮਿਲ ਜੇ, ਪਾਠ ਨਹੀਂ ਕਰੇਗਾ। ਬਾਪੂ ਨੂੰ ਕਹੇ ਤੂੰ ਕਰ ਲੈ, ਮਾਂ ਨੂੰ ਕਹੇ ਕਿ ਤੂੰ ਕਰ ਲੈ। ਵੀ ਕੀ ਗੱਲ ਤੇਰੀ ਲੱਤਾਂ ਬਾਂਹ ਟੁੱਟੀਆਂ, ਤੂੰ ਨਹੀਂ ਕਰ ਸਕਦਾ। ਅੱਗੋਂ ਮਾਂ ਪਿਓ ਵੀ ਉਹੋ ਜਿਹੇ ਨੇ। ਅਸੀਂ ਕਰ ਲਈਏ ਜੀ। ਮੈਂ ਤਾਂ ਬਸ ਤੁਸੀਂ ਉਹਨੂੰ ਛੋਟੀ ਉਮਰ 'ਚ ਲਾਇਆ ਹੀ ਨਹੀਂ ਇਸ ਪਾਸੇ। ਤਾਂ ਹੀ ਉਹ ਕਹਿੰਦੇ ਨਾ, ਜੇ ਤੁਸੀਂ ਛੋਟੀ ਉਮਰ 'ਚ ਉਹਨੂੰ ਲਾਇਆ ਹੁੰਦਾ ਭਜਨ ਬੰਦਗੀ ਵਾਲੇ ਪਾਸੇ, ਤਾਂ ਉਹ ਆਪ ਹੀ ਮੇਰੇ ਕੋਲ ਆ ਜਾਂਦਾ। ਮੁੰਡੇ ਆਪ ਇਸ ਲਈ ਨਹੀਂ ਆਉਂਦੇ, ਉਹਨਾਂ ਨੂੰ ਪਤਾ ਹੈ ਵੀ ਬਾਬਾ ਜੀ ਨੇ ਪਾੜ ਦੇਣਾ ਅਤੇ ਅਸੀਂ ਕਰਨਾ ਨਹੀਂ, ਇਸ ਲਈ ਮਾਂ ਜਾਂ ਭੈਣ ਨੂੰ ਭੇਜ ਦਿੰਦੇ ਨੇ। ਇੱਥੇ ਬਹੁਤੀ ਬੀਬੀ ਆਉਂਦੀ, ਭਾਈ ਘੱਟ ਆਉਂਦੇ ਨੇ। ਕੋਈ ਆਪਣੇ ਘਰ ਵਾਲੇ ਲਈ ਆ ਰਹੀ ਹੈ, ਕੋਈ ਧੀ ਲਈ ਆ ਰਹੀ ਹੈ, ਕੋਈ ਪੁੱਤਰ ਲਈ ਆ ਰਹੀ ਹੈ। ਉਹ ਵਕਤ ਬੜੀ ਹੋਈ ਹੈ, ਵਕਤ ਬੜੀ ਹੋਈ। ਨਾਲੇ ਤੁਹਾਡੀ ਰੋਟੀਆਂ ਪਕਾਏ, ਨਾਲੇ ਤੁਹਾਡੇ ਕੱਪੜੇ ਧੋਵੇ, ਨਾਲੇ ਪੋਚੇ ਫੇਰੇ, ਨਾਲੇ ਤੁਹਾਡੇ ਲਈ ਪਾਠ ਵੀ ਉਹ ਕਰੇ। ਪੰਜਾਬ ਦੇ ਮੁੰਡੇ ਨੂੰ ਤਾਂ ਆਉਂਦੇ ਕੱਖ ਨਹੀਂ ਹੈ। ਤਾਂ ਮੈਂ ਕਹਿੰਦਾ ਇਹ ਜਿਹੜੇ ਕੂੜ ਕਬਾੜ ਹੈ ਨਾ, ਜਿਸ ਬੱਚੇ ਤੋਂ ਆਈਲੈਟਸ ਨਾ ਹੋਵੇ, ਇਹਦਾ ਮਤਲਬ ਕੂੜ ਕਬਾੜ ਹੈ। ਇਹਨੂੰ ਕੱਢੋ ਦੇਸ਼ 'ਚੋਂ, ਐਵੇਂ ਗੰਦ ਪਾਏ ਨੇ ਪੰਜਾਬ ਦੇ ਦੇਸ਼ 'ਚ। ਹੁਣ ਭੇਜੋ 7 ਸਮੁੰਦਰੋਂ ਪਾਰ ਵੀ, ਜਾਂ ਕੂੜ ਕਬਾੜ ਹੈ, ਇੱਥੇ ਤੈਨੂੰ ਕਿਸੇ ਨੇ ਨਹੀਂ ਪੁੱਛਣਾ। ਫਿਰ ਕੀ ਕਹਿਣਗੇ, ਕੁੜੀ ਲੱਭੋ ਜੀ ਆਈਲੈਟਸ ਵਾਲੀ। ਇੱਕ ਮੇਰੇ ਕੋਲ, ਮੈਂ ਕਿਉਂ, ਤੇਰੀ ਲੱਤਾਂ ਬਾਹਰ ਟੁੱਟੀਆਂ, ਤੂੰ ਆਈਲੈਟਸ ਕਰ ਲੈ। ਤੂੰ ਕਾਲਜ ਦੇ ਸਕੂਲ 'ਚ ਅਵਾਰਾਗਰਦੀ ਕਰਦਾ ਰਹੇ, ਪੜ੍ਹਾਈ ਕੀਤੀ ਨਹੀਂ। ਪਹਿਲਾਂ ਕੁੜੀਆਂ ਵਾਲੇ ਦਾਜ ਦਿੰਦੇ ਸੀ, ਹੁਣ ਕੁੜੀਆਂ ਵਾਲੇ ਦਾਜ ਲੈਂਦੇ ਨੇ ਘੱਟ ਤੋਂ ਘੱਟ 15 ਲੱਖ ਰੁਪਈਆ। ਫਿਰ ਇਹ ਮੁੰਡਿਆਂ ਨੂੰ ਆਉਂਦਾ ਕੱਖੜੀ, ਤੁਹਾਡਿਆਂ ਨੂੰ ਤੁਸੀਂ ਪੁੱਛ ਕਰਦੇ ਰਹੇ। ਉਹ ਪੜ੍ਹਾਈ ਨਹੀਂ ਉਹਨਾਂ ਨੇ ਕੀਤੀ, ਉਹਨਾਂ ਦੀ ਖਿਚਾਈ ਤੁਸੀਂ ਕੀਤੀ ਨਹੀਂ। ਉਹ ਹੋ ਗਏ ਅਵਾਰਾਗਰਦ, ਉਹਨਾਂ ਨੂੰ ਆਉਂਦਾ ਕੱਖ ਨਹੀਂ। ਨਕਲਾਂ ਮਾਰ ਕੇ +2 ਹੋ ਗਏ। ਆਈਲੈਟਸ ਉਹਨਾਂ ਤੋਂ ਹੁੰਦੀ ਹੀ ਨਹੀਂ। ਮੈਂ ਬਾਹਰ ਜਾਣਾ, ਫਿਰ ਆਈਲੈਟਸ ਵਾਲੀ ਲੜਕੀ ਲੱਭਦੇ ਨੇ। ਉਹ ਕਹੇ ਜੀ ਸਾਰਾ ਖਰਚਾ ਤੁਸੀਂ ਕਰੋਗੇ। ਅਸੀਂ ਆਪਣੀ ਲੜਕੀ ਦੀ ਸ਼ਾਦੀ ਤੁਹਾਡੇ ਮੁੰਡੇ ਨਾਲ ਕਰ ਦਿੰਦੇ ਹਾਂ, ਲੜਕੀ ਨੂੰ ਬਾਹਰ ਭੇਜਣਾ ਸਾਰਾ ਖਰਚਾ ਤੁਸੀਂ ਕਰਨਾ ਹੋ ਗਿਆ। ਕਰ ਦੇਣਾ ਫਿਰ 15 16 ਲੱਖ ਰੁਪਏ ਹੋ ਗਿਆ ਨਾ, ਉਲਟਾ ਰਿਵਾਜ਼। ਹੁਣ ਕੁੜੀ ਵਾਲਿਆਂ ਨੂੰ ਦਾਜ ਦੇਣਾ ਪੈਂਦਾ, ਉਹ ਵੀ ਨਗਦ, ਕੱਪੜੇ ਕੁੱਪੜੇ ਨਹੀਂ, ਗਹਿਣੇ ਨਹੀਂ। 15 ਲੱਖ ਲਾਓ ਪਹਿਲਾਂ। ਜੇ ਵਿਆਹ ਕਰਨਾ ਉਸ 'ਤੇ ਵੀ ਖਰਚਾ ਕਰੋ, ਉਸ 'ਤੇ ਵੀ ਖਰਚਾ ਕਰੋ। ਆਖਰ ਵਿਆਹ ਕਰਨਾ ਕੁਛ ਤਾਂ ਤੁਹਾਡਾ ਖਰਚਾ ਹੋਊਗਾ ਹੀ ਨਾ। ਵਿਆਹ ਕਰਕੇ ਉਹਨੂੰ ਭੇਜੋਗੇ ਨਾ ਬਾਹਰ। ਨਖਿੱਧ ਤੁਹਾਡੇ ਜਵਾਕ ਨੇ, ਨਖਿੱਧ ਨੇ। ਜੇ ਤੁਹਾਡੀ ਰੀਹ ਪਰ ਆ ਗਈ ਕਿਸੇ ਸਾਲ 'ਚ ਵੀ BA MA ਤੱਕ ਤੁਹਾਨੂੰ ਸਰਕਾਰੀ ਨੌਕਰੀ ਨਹੀਂ ਮਿਲੇਗੀ, ਇਹਦਾ ਮਤਲਬ ਤੁਸੀਂ ਨਖਿੱਧ ਹੋ। ਨਖਿੱਧਾਂ ਨੂੰ ਨਹੀਂ ਨੌਕਰੀ ਮਿਲਿਆ ਕਰਦੀ, ਯਾਦ ਰੱਖਿਓ। ਪੰਜਾਬ ਦੇ ਬੱਚੇ ਨਖਿੱਧ ਨੇ, ਮੁੰਡੇ ਖਾਸ ਕਰਕੇ। ਫਿਰ ਕੁੜੀ ਭਾਲਦੇ ਨੇ। ਇੱਕ ਦਾ ਮੈਨੂੰ ਆਇਆ ਸਾਡੇ ਰਿਸ਼ਤੇਦਾਰਾਂ ਦਾ, ਕੁੜੀ ਮਿਲ ਰਹੀ ਹੈ ਜੀ। ਮੈਂ ਕੁੜੀ ਮਿਲ ਰਹੀ ਹੈ। ਜਦੋਂ ਤੁਸੀਂ ਉਹਨੂੰ ਕਹੋ ਹਾਂਜੀ ਸਾਨੂੰ ਤੁਹਾਡੀ ਕੁੜੀ ਪਸੰਦ ਹੈ, ਪਤਾ ਤੁਹਾਨੂੰ ਕੀ ਕਹਿਣਗੇ? 15 ਲੱਖ ਤੁਹਾਡੇ ਕੋਲ ਹੈ ਨਹੀਂ। ਉਹ ਕਹਿੰਦੇ ਕੁੜੀ ਤੁਸੀਂ ਭੇਜਣੀ ਹੋਏਗੀ ਜੀ ਬਾਹਰ। ਹਫ਼ਤੇ ਬਾਅਦ ਆ ਗਿਆ ਜੀ। ਕਿ ਜਦੋਂ ਅਸੀਂ ਕੁੜੀ ਵੇਖਣਗੇ, ਉਹਨੇ ਪਹਿਲੀ ਸ਼ਰਤ ਲਾਤੀ, ਸਾਡੀ ਕੁੜੀ ਨੇ ਆਈਲੈਟਸ ਕੀਤੀ ਹੈ, ਤੁਹਾਡੇ ਮੁੰਡੇ ਨੂੰ ਬਾਹਰ ਲੈ ਕੇ ਜਾਏਗੀ, ਸਾਰਾ ਖਰਚਾ ਤੁਸੀਂ ਦੇਣਾ ਹੋਏਗਾ। ਉਹ ਕਹਿੰਦੇ ਅਸੀਂ ਤਾਂ ਗਰੀਬ ਹੈ, ਦੇ ਨਹੀਂ ਸਕਦੇ। ਕਦੇ ਫਿਰ ਜਾ ਸਕਦੇ ਹੋ ਜੀ, ਜਾ ਸਕਦੇ। ਇੱਥੋਂ ਪਤਾ ਲੱਗਦਾ ਵੀ ਪੰਜਾਬ ਦਾ ਯੂਥ ਨਖਿੱਧ ਹੋ ਗਿਆ ਹੈ।
ਨਖਿੱਧਾਂ ਨੂੰ ਨੌਕਰੀ ਨਹੀਂ ਮਿਲਿਆ ਕਰਦੇ। ਇਹਨਾਂ ਨੂੰ ਮੈਂ ਕਹਿੰਦਾ ਖੋਰ, ਜਿਹਨੇ ਕਦੇ ਡੰਗਰ ਰੱਖੇ ਨਾ, ਖੁਰਲੀ 'ਚ ਪੱਠੇ ਪਾਓ ਕੁਤਰ ਕੇ। ਡੰਗਰ ਜਿਹੜੇ ਨਰਮ ਪੱਠੇ ਖਾ ਲੈਂਦਾ, ਜਿਹੜੇ ਡੰਡਲ ਜਿਹੜੇ ਨੇ ਉਹ ਖੁਰਲੀ ਦੇ ਵਿੱਚ ਹੀ ਛੱਡ ਦਿੰਦੇ, ਉਹਨੂੰ ਕਹਿੰਦੇ ਨੇ ਖੋਰ। ਇਹ ਪੰਜਾਬ ਦੇ ਜਵਾਕ ਜੇ ਖੋਰ ਮਾਲ ਹੋ ਗਏ ਨੇ, ਉਹਨਾਂ ਦਾ ਡੰਗਰ ਨਹੀਂ ਖਾਂਦੇ। ਇਸ ਲਈ ਇੱਕੋ ਹੀ ਹੈ ਵੀ ਇਹਨਾਂ ਚੱਕ ਕੇ ਸਮੁੰਦਰ ਸੁੱਟ ਦਿਓ, ਅੱਗੇ ਲੰਘ ਗਏ ਡੁੱਬ ਗਏ। ਹੋਰ ਤਾਂ ਕਿਸੇ ਕੰਮ ਦੇ ਨਹੀਂ ਹੈਗੇ। ਚੰਗਾ ਕੂੜ ਕਬਾੜ ਜਿਹਾ ਨਿਕਲੇਗਾ ਪੰਜਾਬ 'ਚ। ਇਹਨਾਂ ਥਾਂ ਦੇ ਭਈਏ ਆਉਣਗੇ, ਕੰਮ ਕੁੰਮ ਤੇ ਕੋਈ ਕਰਨਗੇ ਨਾ। ਇਹਨਾਂ ਨਾ ਕੰਮ ਕਰਨਾ, ਨਾ ਪੜ੍ਹਨਾ, ਨਾ ਲੈਣੀ ਨਾ ਦੇਣੀ। ਜਿਹੜਾ ਆਪਣੇ ਲਈ ਹੀ, ਆਪਣੇ ਭਲੇ ਲਈ ਹੀ ਪਾਠ ਨਹੀਂ ਕਰ ਸਕਦਾ, ਉਹਨੇ ਉਸ ਤੋਂ ਕੀ ਉਮੀਦ ਕਰਨੀ ਜੇ ਕੱਲ੍ਹ ਨੂੰ ਸਾਡਾ ਭਲਾ ਕਰੇਗਾ। ਮੈਂ ਆਪਣੇ ਭਲੇ ਲਈ ਹੀ ਕੁਛ ਕਰਨ ਨੂੰ ਤਿਆਰ ਨਹੀਂ, ਅਤੇ ਜੇ ਲੋਕ ਸਮਝਣ ਬਾਬਾ ਜੀ ਕੱਲ੍ਹ ਨੂੰ ਸਾਡਾ ਭਲਾ ਕਰਨਗੇ, ਕਿ ਸਵਾ ਭਲਾ ਕਰ, ਜਿਹੜਾ ਆਪਣੇ ਭਲਾ ਕਰਨ ਨੂੰ ਤਿਆਰ ਨਹੀਂ ਹੈ। ਜਿਹੜਾ ਆਪਣਾ ਭਲਾ ਕਰਨ ਨੂੰ ਤਿਆਰ ਹੈ, ਉਸ ਤੋਂ ਉਮੀਦ ਹੋ ਸਕਦੀ ਕਦੇ ਸਾਡਾ ਵੀ ਭਲਾ ਕਰੇ। ਜਿਹੜਾ ਤੁਹਾਡਾ ਪੁੱਤਰ ਆਪਣੇ ਹੀ ਭਲਾ ਕਰਨ ਨੂੰ ਤਿਆਰ ਨਹੀਂ, ਇਸ ਮਤ ਉਮੀਦ ਰੱਖੋ ਕਿ ਉੱਥੇ ਤੁਹਾਨੂੰ ਡਾਲਰ ਭੇਜੇਗਾ, ਤੁਹਾਡੇ ਆਖੇ ਲੱਗੇ, ਉੱਥੇ ਜਾ ਕੇ ਨਸ਼ਈ ਜੇ ਹੋ ਜਾਣ, ਕੱਖ ਨਹੀਂ ਤੁਹਾਨੂੰ ਭੇਜਣਾ, ਦੇਖੀ ਜਾਏ। ਸੋ ਇਸ ਲਈ ਕਬੀਰ ਸਾਹਿਬ ਕਹਿੰਦੇ ਪਰਮਾਤਮਾ ਦਾ ਜੈਸਾ ਹੈ ਉਹੋ ਜਿਹੀ ਹੈ, ਮੈਂ ਤਾਂ ਉਹਦੇ ਗੁਣ ਗਾ ਕੇ ਮੌਜ ਰਹਿਣਾ, ਖੁਸ਼ ਰਹਿਣਾ। ਕਿ ਨਾਮ ਜਪਣ ਨਾਲ ਖੁਸ਼ ਹੀ ਰਹਿਣਾ। ਜਿਹਦਾ ਨਾਮ ਜਪ ਰਿਹਾ ਪਰਮਾਤਮਾ ਹੀ ਖੁਸ਼ ਹੈ, ਅਤੇ ਜਦੋਂ ਤੁਸੀਂ ਨਾਮ ਜਪ ਰਹੇ ਤੁਸੀਂ ਵੀ ਖੁਸ਼। ਜਿਹੋ ਜਿਹੀ ਤੁਸੀਂ ਸੰਗਤ ਕਰੋਗੇ ਉਹੋ ਜਿਹੇ ਹੋ ਜਾਣ। ਹਸਪਤਾਲ 'ਚ ਜਾ ਕੇ ਤੁਸੀਂ ਹੱਸ ਨਹੀਂ ਸਕਦੇ। ਹਸਪਤਾਲ ਜਾਓਗੇ, ਮਰੀਜ਼ ਦਾ ਪਤਾ ਕਰਨ ਜਾਓਗੇ ਨਾ, ਅਤੇ ਮਰੀਜ਼ ਤੇ ਰੋ ਰਿਹਾ ਅੱਗੋਂ, ਤੁਸੀਂ ਉੱਥੇ ਕਿਵੇਂ ਖੁਸ਼ ਹੋ ਸਕਦੇ ਹੋ? ਹਾਂ, ਵਿਆਹ 'ਚ ਤੁਸੀਂ ਖੁਸ਼ ਹੋ, ਕਿਉਂਕਿ ਵਿਆਹ 'ਚ ਸਾਰੇ ਖੁਸ਼ ਨੇ, ਤੁਸੀਂ ਨੱਚੀ ਟੱਪੀ ਜਾਓ। ਮਰਗ ਦੇ ਭੋਗ 'ਤੇ ਜਾ ਕੇ ਤੁਸੀਂ ਹੱਸ ਨਹੀਂ ਸਕਦੇ, ਮੜੀਆਂ 'ਚ ਤੁਸੀਂ ਹੱਸ ਨਹੀਂ ਸਕਦੇ। ਜੇ ਹੱਸੋਗੇ ਮੂਰਖ ਕਹਿਲਾਓਗੇ। ਲੋਕ ਕਹਿਣਗੇ ਮੂਰਖ ਹੈ, ਇਹਨੂੰ ਇੰਨਾ ਗਿਆਨ ਨਹੀਂ, ਇਹ ਮੜੀਆਂ 'ਚ ਹੱਸੀ ਜਾਂਦਾ, ਇਹਦੇ ਬੰਦੇ ਨੂੰ ਕੋਈ ਦੁੱਖ ਨਹੀਂ, ਐਵੇਂ ਆ ਗਿਆ। ਤਾਂ ਇਸ ਲਈ ਪਰਮਾਤਮਾ ਆਨੰਦ ਸਰੂਪ ਹੈ, ਜਿਹੜਾ ਉਹਦਾ ਨਾਮ ਜਪਦਾ ਰਹਿੰਦਾ ਉਹ ਵੀ ਆਨੰਦ 'ਚ ਰਹਿੰਦਾ। ਤਾਂ ਕਬੀਰ ਸਾਹਿਬ ਕਹਿੰਦੇ ਕਿ ਤੁਹਾਨੂੰ ਨਹੀਂ ਵਿਸ਼ਵਾਸ ਹੁੰਦਾ, ਨਾ ਆਵੇ। ਕਹਿੰਦੇ ਮੈਂ ਦੇ ਰੱਬ ਨੂੰ ਵੇਖ ਕੇ ਕੀ ਕਹਾਂ, ਜੇ ਕੁਛ ਕਹਿਣਾ ਕਹੇ ਨਾ ਕੋ ਪਤੀ ਆਏ, ਕੋਈ ਵਿਸ਼ਵਾਸ ਨਹੀਂ ਕਰਦਾ। ਹਰ ਜੈਸਾ ਤੈਸਾ ਹੋਏ, ਪਰਮਾਤਮਾ ਜਿਹੋ ਜਿਹਾ ਉਹ ਤਾਂ ਉਹੋ ਜਿਹਾ ਹੀ ਹੈ। ਰਹੋ ਹਰਖ ਗੁਣ ਗਾਏ, ਮੈਂ ਤਾਂ ਖੁਸ਼ੀ ਨਾਲ ਉਹਦੇ ਗੀਤ ਗਾਉਂਦਾ ਰਹਿੰਦਾ। ਅੱਗੇ ਕਹਿੰਦੇ ਕਬੀਰ ਚੁਗੈ ਚਿਤਾਰੇ ਭੀ ਚੁਗੈ, ਚੁਗ ਚੁਗ ਚਿਤਾਰੇ, ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾ ਰੇ। ਕੂੰਜ ਦੀ ਉਦਾਹਰਨ ਦਿੱਤੀ ਹੈ। ਕੂੰਜਾਂ ਸਾਏ ਬੇਰੀਆ, ਰੂਸ ਦਾ ਜਿਹੜਾ ਉੱਪਰਲਾ ਉੱਤਰੀ ਇਲਾਕਾ ਹੈ ਨਾ, ਉਹਨੂੰ ਸਾਏ ਬੇਰੀਆ ਕਹਿੰਦੇ। ਉੱਥੇ ਬਹੁਤ ਠੰਡ ਪੈਂਦੀ ਹੈ, ਹਰ ਵਕਤ ਬਰਫ਼ ਜੰਮੀ ਰਹਿੰਦੀ ਹੈ। ਜਦੋਂ ਬਹੁਤ ਜ਼ਿਆਦਾ ਠੰਡ ਪੈਂਦੀ ਹੈ, ਉੱਥੋਂ ਕੂੰਜਾਂ ਜਿਹੜੀਆਂ ਨੇ ਏਸ਼ੀਆ ਨੂੰ ਆ ਜਾਂਦੀਆਂ ਹੇਠਾਂ, ਸਾਡੇ ਦੇਸ਼ ਵੱਲ ਨੂੰ ਆ ਜਾਂਦੀ, ਜਿੱਥੇ ਥੋੜ੍ਹੀ ਗਰਮੀ ਪੈਂਦੀ, ਘੱਟ ਠੰਡ ਪੈਂਦੀ, ਕਿਉਂਕਿ ਚੀਨ ਅਤੇ ਰੂਸ 'ਚ ਤਾਂ ਬਹੁਤ ਜ਼ਿਆਦਾ ਠੰਡ ਪੈਂਦੀ ਹੈ। ਆਪਣੇ ਫੇਰ ਵੀ ਜਿਹੜਾ ਹੈ ਪੰਜਾਬ ਨੂੰ, ਹਿਮਾਚਲ ਅਤੇ ਸ਼੍ਰੀ ਕਸ਼ਮੀਰ ਨੂੰ ਛੱਡ ਕੇ ਬਾਕੀ ਇੰਨੀ ਠੰਡ ਨਹੀਂ ਪੈਂਦੀ। ਬਾਕੀ ਸੂਬੇ ਜੇ ਦੱਖਣੀ ਭਾਰਤ ਨੂੰ ਚਲੇ ਜਾਓ, ਸਰਦੀਆਂ ਦੇ ਮੌਸਮ 'ਚ ਵੀ ਉੱਥੇ ਕੋਈ ਠੰਡ ਨਹੀਂ ਹੁੰਦੀ। ਇਸ ਲਈ ਕੂੰਜਾਂ ਫਿਰ ਗਰਮ ਇਲਾਕੇ 'ਚ ਆ ਜਾਂਦੀਆਂ ਨੇ। ਹੁਣ ਬੱਚੇ ਛੱਡ ਆਈਆਂ ਨੇ, ਪਿੱਛੇ ਛੋਟੇ ਬੱਚੇ ਸਨ, ਨਾਲ ਲਿਆ ਨਹੀਂ ਸਕਦੇ, ਕਿਉਂਕਿ ਹਜ਼ਾਰਾਂ ਕਿਲੋਮੀਟਰ ਉੱਡ ਕੇ ਆਉਣਾ। ਹਜ਼ਾਰਾਂ ਕਿਲੋਮੀਟਰ ਕੂੰਜ ਨੇ ਉੱਡ ਕੇ ਆਉਣਾ। ਛੋਟੇ ਛੋਟੇ ਬੱਚੇ ਇੰਨਾ ਉੱਡ ਨਹੀਂ ਸਕਦੇ, ਉਹ ਨਾਲ ਲਿਆ ਨਹੀਂ ਸਕਦੀ। ਕਬੀਰ ਚੁਗੈ ਚਿਤਾਰੇ ਭੀ ਚੁਗੈ, ਉਹ ਚੋਗ ਚੁਗਦੀ ਹੈ, ਫਿਰ ਬੱਚੇ ਨੂੰ ਯਾਦ ਕਰਦੀ ਹੈ, ਫਿਰ ਚੋਗ ਚੁਗਦੀ ਹੈ, ਫਿਰ ਬੱਚੇ ਨੂੰ ਯਾਦ, ਧਿਆਨ ਉਹਦਾ ਮਗਰ ਹੀ ਹੈ, ਧਿਆਨ ਮਗਰ ਹੀ। ਜੇ ਤੁਸੀਂ ਕਿਸੇ ਬੱਚੇ ਨੂੰ ਭੰਗੂੜੇ 'ਚ ਪਾਓ ਅਤੇ ਬਾਜ਼ਾਰ 'ਚ ਆ ਜਾਓ ਅਤੇ ਤੁਸੀਂ ਹੋ ਜਾਓ ਲੇਟ, ਜ਼ਿਆਦਾ ਸਮਾਂ ਲੱਗ, ਤੁਹਾਡਾ ਧਿਆਨ ਮਗਰ ਹੀ ਰਹੋ। ਬੱਚਾ ਕਿਤੇ ਭੰਗੂੜੇ 'ਚ ਰੋ ਨਾ ਰਿਹਾ ਹੋਵੇ, ਉਹਨੂੰ ਕਿਤੇ ਪਿਆਸ ਨਾ ਲੱਗੀ ਹੋਵੇ, ਉਹਨੂੰ ਕਿਤੇ ਭੁੱਖ ਨਾ ਲੱਗੀ ਹੋਵੇ,
ਭਾਵੇਂ ਤੁਸੀਂ ਬਾਜ਼ਾਰ 'ਚ ਸੌਦਾ ਲੈ ਰਹੇ ਹੋ, ਤੁਹਾਡਾ ਧਿਆਨ ਮਗਰ ਹੀ ਰਹੂ, ਮਗਰ ਰਹੂ। ਗੱਲ ਤੇ ਸਾਰੀ ਧਿਆਨ ਦੀ ਹੈ। ਭਾਵੇਂ ਤੁਸੀਂ ਬਾਜ਼ਾਰ 'ਚ ਹੋ, ਧਿਆਨ ਤੁਹਾਡਾ ਮਗਰ ਹੈ। ਐਂ ਤੁਸੀਂ ਗੁਰਦੁਆਰੇ ਬੈਠੇ ਹੋ, ਧਿਆਨ ਘਰ 'ਚ ਹੈ, ਤਾਂ ਗੁਰਦੁਆਰੇ ਜੈਸੇ ਬੈਠੇ ਜੈਸੇ ਨਾ ਬੈਠੇ। ਬੈਠਣ ਨਾਲ ਕੀ ਹੋ ਜਾਂਦਾ? ਗੁਰੂ ਦੇ ਕੋਲ ਬੈਠਣ ਨਾਲ ਕੀ ਹੋ ਜਾਏ? ਗੁਰੂ ਵੱਲ ਵੇਖਣਾ ਹੀ ਨਹੀਂ, ਗੁਰੂ ਦੀ ਗੱਲ ਹੀ ਨਹੀਂ ਸੁਣਨੀ, ਧਿਆਨ ਜਿਹੜਾ ਹੈ ਉਹਦੇ ਘਰ ਵੱਲ ਹੈ। ਅਤੇ ਕਈ ਮਜਬੂਰੀ 'ਚ ਨਹੀਂ ਆ ਸਕਦੇ, ਹੁੰਦੇ ਘਰ 'ਚ ਨੇ, ਧਿਆਨ ਗੁਰੂ ਵੱਲ ਹੁੰਦਾ ਹੈ। ਮਹਾਨਤਾ ਧਿਆਨ ਦੀ ਹੈ, ਸਰੀਰਕ ਹਾਜ਼ਰ ਦੀ ਮਹਾਨਤਾ ਨਹੀਂ, ਗੱਲ ਤੇ ਧਿਆਨ ਦੀ ਹੈ। ਉਹਦਾ ਧਿਆਨ ਬੱਚੇ ਵੱਲ ਹੈ। ਕਬੀਰ ਚੁਗੈ ਕੂੰਜ ਚੁਗਦੀ ਹੈ, ਚਿਤਾਰੈ ਫਿਰ ਬੱਚੇ ਨੂੰ ਯਾਦ ਕਰਦੀ ਹੈ। ਭੀ ਚੁਗੈ ਫਿਰ ਚੁਗਦੀ ਹੈ, ਚੁਗ ਚੁਗ ਚਿਤਾਰੈ, ਚੁਗਦੀ ਰਹਿੰਦੀ ਹੈ, ਆਪਣੇ ਬੱਚੇ ਨੂੰ ਯਾਦ ਕਰਦੀ ਰਹਿੰਦੀ ਹੈ। ਜੈਸੇ ਬਚਰੇ ਕੂੰਜ ਮਨ, ਜਿਵੇਂ ਕੂੰਜ ਦਾ ਮਨ ਆਪਣੇ ਬੱਚਿਆਂ 'ਚ ਰਹਿੰਦਾ ਨਾ, ਮਾਇਆ ਮਮਤਾ ਰਹੇ, ਮਾਇਆ ਮਮਤਾ ਰਹੇ, ਇਸ ਤਰ੍ਹਾਂ ਮਨੁੱਖ ਦਾ ਮਨ ਵੀ ਮਾਇਆ 'ਚ ਹੀ ਰਹਿੰਦਾ। ਇਹ ਕਿਤੇ ਵੀ ਫਿਰੇ ਧਿਆਨ ਤਾਂ ਮਾਇਆ 'ਚ ਹੀ ਹੁੰਦਾ। ਹੋਰ ਕਮਾ ਲਾਂ, ਹੋਰ ਕਮਾ ਲਾਂ, ਹੋਰ ਕਮਾ ਲਾਂ, ਧਿਆਨ ਮਾਇਆ ਵੱਲ ਹੈ, ਰੱਬ ਵੱਲ ਨਹੀਂ ਹੈ। ਇਹ ਰੱਬ ਕੋਲ ਬੈਠਾ ਵੀ ਮਾਇਆ ਮੰਗੀ ਜਾਂਦਾ। ਮਾਇਆ ਮੰਗਣ ਜਾਂ ਗੁਰਦੁਆਰੇ ਨੌਕਰੀ ਮੰਗਣਾ, ਮਾਇਆ ਮੰਗਣਾ, ਕਿਉਂ? ਨੌਕਰੀ ਕਰਕੇ ਕੀ ਮਿਲੇਗਾ? ਮਾਇਆ ਮਿਲੇਗੀ ਨਾ। ਵਪਾਰ ਮੰਗਣਾ, ਮਾਇਆ ਮਿਲੇਗੀ ਨਾ। ਇੱਥਾਂ 'ਤੇ ਐਕਚੁਅਲੀ ਗੁਰੂ ਕੋਲ ਜਾ ਕੇ ਵੀ ਮਨੁੱਖ ਮਾਇਆ ਹੀ ਮੰਗਦਾ ਹੈ। ਗੁਰੂ ਕੋਲੇ ਜਾ ਕੇ ਨਾਮ ਦੀ ਦਾਤ ਨਹੀਂ ਕੋ ਲੈਣੀ, ਨਾਮ ਨਹੀਂ ਜਪਣਾ, ਉੱਥੇ ਵੀ ਮਾਇਆ ਹੀ ਮੰਗਣੀ। ਅਤੇ ਸਾਨੂੰ ਤਾਂ ਇੰਨੀ ਵੀ ਸੋਝ ਹੀ ਨਹੀਂ ਵੀ ਅਸੀਂ ਗੁਰੂ ਕੋਲ ਚੱਲੇ, ਪਹਿਲਾਂ ਗੁਰੂ ਬਾਰੇ ਮੱਥਾ ਤਾਂ ਟੇਕ ਲਈਏ ਫਿਰ ਮੰਗੀਏ ਨਾ। ਅਸੀਂ ਜਾਂਦੇ ਹੀ ਮੰਗਣਾ ਸ਼ੁਰੂ ਕਰ ਦੇਣਾ, ਕਿੰਨੀ ਦੇਰ ਮੰਗਦੇ ਰਹਿਣਾ, ਫਿਰ ਮੱਥਾ ਟੇਕਦੇ। ਗੁਰੂ ਮਾਰ ਕੇ ਵਾਹ ਸਿੱਖਾ। ਟੁੱਟੇ ਜਿਹੇ ਅਫਸਰ ਨੂੰ ਤੁਸੀਂ ਮਿਲਣ ਜਾਣਾ ਹੈ, ਹੁਣ ਜਾਂਦੇ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ ਕਹੋਗੇ ਜੀ, ਫਿਰ ਬੇਨਤੀ ਕਰੋਗੇ ਜੀ ਮੇਰਾ ਕੰਮ ਕਰ ਦਿਓ ਜੀ। ਕਦੇ ਵੀ ਸਿੱਧਾ ਨਹੀਂ ਜਾ ਕੇ ਤੁਸੀਂ DC ਨੂੰ ਕਹੋ ਜੀ ਮੇਰਾ ਕੰਮ ਕਰ ਦਿਓ ਜੀ। ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਓਗੇ, ਨਮਸਤੇ ਬੁਲਾਓਗੇ, ਜਿਹੋ ਜਿਹੇ ਵੀ ਹੈ, ਮੈਡਮ ਹੈ, ਸਾਰਾ ਕੋਈ ਬੈਠਾ, ਸਤਿਕਾਰ ਕਰੋ ਪਹਿਲਾਂ। ਇੱਥੇ ਸਾਨੂੰ ਇੰਨੀ ਅਕਲ ਨਹੀਂ ਵੀ ਅਸੀਂ ਪਹਿਲਾਂ ਜਾ ਕੇ ਗੁਰੂ ਮਹਾਰਾਜ ਮੱਥਾ ਟੇਕੀ, ਉਸ ਤੋਂ ਬਾਅਦ ਮੰਗੀਏ ਨਾ। ਮੈਂ 99% ਲੋਕਾਂ ਨੂੰ ਗੁਰਦੁਆਰਾ ਦੇ ਕੇ ਆਉਂਦੇ ਪਹਿਲਾਂ ਮੰਗਣਾ ਸ਼ੁਰੂ ਕਰਦੇ ਖੜ੍ਹ ਕੇ, ਉਸ ਤੋਂ ਬਾਅਦ ਮੱਥਾ ਟੇਕਦੇ। ਦੱਸੇ ਨਹੀਂ ਕਿਸੇ ਨੇ, ਨਾ ਮਾਂ ਪਿਓ ਨੂੰ ਗਿਆਨ ਹੈ, ਨਾ ਜਿਹੜਾ ਕੋਈ ਕਥਾ ਵਾਰਤਾ ਉਹ ਦੱਸਦਾ ਕਦੇ ਕਿ ਭਾਈ ਪਹਿਲਾਂ ਆ ਕੇ ਤੁਸੀਂ ਮੱਥਾ ਟੇਕਿਆ। ਜੇ ਸਾਰੇ ਕਥਾਕਾਰ ਦੱਸਣ ਲੱਗ ਜਾਣ, ਬੰਦੇ ਨੂੰ ਹੌਲੀ ਹੌਲੀ ਗਿਆਨ ਹੋ ਜਾਏਗਾ ਵੀ ਹਾਂ ਭਾਈ ਪਹਿਲਾਂ ਅਸੀਂ ਐਡੇ ਵੱਡੇ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਕੋਲ ਚੱਲੇ ਹਾਂ, ਪਹਿਲਾਂ ਮੱਥਾ ਟੇਕੀਏ ਫਿਰ ਬੇਨਤੀ ਕਰੀਏ। ਹੁਣ ਪੁਰਾਤਨ ਸਿੱਖ ਇਸ ਤਰ੍ਹਾਂ ਥੋੜ੍ਹੀ ਕਰਦੇ, ਫਿਰ ਜਾਂਦੇ ਮੰਗਣਾ ਸ਼ੁਰੂ ਕਰ ਦਿਓ ਜੀ। ਪਹਿਲਾਂ ਮੱਥਾ ਟੇਕਦੇ ਸੀ ਗੁਰੂ ਮਹਾਰਾਜ ਚਰਨਾਂ 'ਤੇ, ਫਿਰ ਬਹਿੰਦੇ ਸੀ, ਫਿਰ ਗੁਰੂਆਂ ਪੁੱਛਦੇ ਸੀ ਹਾਂ ਭਾਈ ਸਿੱਖੋ ਕਿਸੇ ਨੂੰ ਕੋਈ ਪੁੱਛਣਾ, ਫਿਰ ਮੰਗਦੇ ਸਨ, ਪੁੱਛਦੇ ਸਨ। ਹੁਣ ਮੱਥਾ ਟੇਕਣੇ ਨਹੀਂ, ਮੰਗਣਾ ਸ਼ੁਰੂ ਕਰ ਦੇਣਾ। ਜਿਹਦੇ ਤੁਹਾਨੂੰ ਯਾਦ ਮੇਰੀ ਗੱਲ ਹੈ, ਉਹਦੇ ਤੁਸੀਂ ਮੱਥਾ ਪਹਿਲਾਂ ਟੇਕ ਦਿਓ, ਕਿਉਂਕਿ ਆਦਤ ਹੈ ਪਹਿਲਾਂ ਮੰਗਣ ਦੀ, ਉਹ ਫਿਰ ਭੁੱਲ ਜਾਣੀ ਮੇਰੀ ਗੱਲ। ਇਸ ਲਈ ਮੈਨੂੰ 15-20 ਦਿਨਾਂ ਮਹੀਨੇ ਬਾਅਦ ਗੱਲ ਦੁਹਰਾਉਣੀ ਪੈਂਦੀ ਹੈ, ਕਿਉਂਕਿ ਮੈਂ ਦੇਖਦਾ ਵੀ ਜਿਨ੍ਹਾਂ ਨੂੰ ਮੈਂ ਕਿਹਾ ਸੀ ਇਹ ਮਹੀਨਾ ਪਹਿਲਾਂ, ਉਹ ਫਿਰ ਮੇਰੀ ਗੱਲ ਭੁੱਲ ਗਏ ਨੇ, ਫਿਰ ਆ ਕੇ ਮੰਗਣਾ ਸ਼ੁਰੂ ਕਰਤਾ, ਮੱਥਾ ਬਾਈ ਟੇਕਦੇ। ਇਹ ਕਈ ਵਾਰੀ ਬੰਦਾ ਕਹੇ ਇੱਕ ਵਾਰੀ ਸੁਣ ਲਿਆ ਬਹੁਤ ਹੈ, ਮੈਂ ਕਿੱਥੇ ਜੀ ਇੱਕ ਵਾਰੀ ਸੁਣ ਲਿਆ। ਇਹ ਮਨ ਇਹ ਬੜੀ ਦੇਰ ਬਾਅਦ ਕਿਤੇ ਜਾ ਕੇ ਮੰਨਦਾ, ਇਹ ਭੈੜੀ ਗੱਲ ਨੂੰ ਛੇਤੀ ਮੰਨਦਾ, ਚੰਗੀ ਤਾਂ ਬੜੀ ਦੇਰ ਬਾਅਦ ਜਾ ਕੇ ਮੰਨਦਾ। ਇੱਕ ਮੈਨੂੰ ਕਹਿੰਦੇ ਭੈੜੀ ਨੂੰ ਕਿਉਂ ਮਨ ਛੇਤੀ ਮੰਨਦਾ? ਮੈਂ ਭੈੜਾ ਬੰਦਾ ਹਮੇਸ਼ਾ ਹੀ ਭੈੜੀ ਗੱਲ ਨੂੰ ਛੇਤੀ ਮੰਨੇਗਾ। ਗੁਰਬਾਣੀ ਕਹਿੰਦੀ ਮਨ ਹੈ ਹੀ ਭੈੜਾ, ਇਹਨੂੰ ਤਾਂ ਅਸੀਂ ਚੰਗਾ ਬਣਾਉਣਾ। ਉਸ ਦਾ 20 ਸਾਲਾਂ 'ਚ ਬਣੇ, 30 ਸਾਲਾਂ 'ਚ ਬਣੇ, ਭਜਨ ਬੰਦਗੀ ਨੂੰ ਚੰਗਾ ਬਣਾਉਣ ਲਈ ਹੈ। ਜਿੱਦੇ ਮਨ ਚੰਗਾ ਹੋ ਗਿਆ, ਮਨ ਹੋਵੇ ਚੰਗਾ, ਕੁਠਾਲੀ ਵਿੱਚ ਗੰਗਾ, ਫਿਰ ਗੰਗਾ ਜਾਣ ਦੀ ਕੀ ਲੋੜ ਹੈ, ਘਰ 'ਚ ਠੀਕ ਆ। ਗੱਲ ਤਾਂ ਮਨ ਨੂੰ ਹੀ ਸਾਫ਼ ਕਰਨ ਦੀ ਹੈ ਨਾ।
ਜਦੋਂ ਮਨ ਸਾਫ਼ ਹੋ ਕੇ ਪਰਮਾਤਮਾ ਨੇ ਆਪੇ ਮਿਲ ਜਾਣਾ ਹੈ। ਆ ਸਾਰੀ ਭਜਨਬੰਦੀ ਸਿਰਫ ਮਨ ਨੂੰ ਸਾਫ਼ ਕਰਨ ਲਈ ਹੈ, ਬਾਣੀ ਮਨ ਨੂੰ ਸਾਫ਼ ਕਰਨ ਲਈ ਹੈ, ਸਿਮਰਨ ਮਨ ਨੂੰ ਸਾਫ਼ ਕਰਨ ਲਈ ਹੈ। ਵੀ ਜੋ ਜਨਮਾਂਤ ਦਾ ਕੂੜ ਕਬਾੜ ਇਹਨੂੰ ਲੱਗਾ ਨਾ, ਉਹ ਲੈ ਜੇ ਕਿਸੇ ਤਰ੍ਹਾਂ। ਸੋ ਇਹ ਮਨੁੱਖ ਦਾ ਸਾਰਾ ਧਿਆਨ ਮਾਇਆ 'ਚ ਹੀ ਰਹਿੰਦਾ ਹੈ, ਜਿਵੇਂ ਕੂੰਜ ਦਾ ਧਿਆਨ ਆਪਣੇ ਬੱਚਿਆਂ 'ਚ ਹੀ ਰਹਿੰਦਾ ਹੈ। ਚੁਗ ਵੀ ਰਹੀ ਹੈ, ਚੁਗਦੀ ਵਿੱਚੇ ਛੱਡ ਕੇ ਫਿਰ ਜੋਕੜ ਯਾਦ ਕਰ ਲਾਇਦੇ, ਫਿਰ ਲਾਇਦੇ ਚੁਗਣ, ਫਿਰ ਯਾਦ ਕਰਦੇ ਹੈ। ਐਂ ਹੀ ਬੰਦਾ ਜਿਹੜਾ ਹੈ ਮਾਇਆ ਨੂੰ ਯਾਦ ਕਰਦਾ ਰਹਿੰਦਾ ਹੈ। ਵੀ ਪੜਿਆ ਮਾਨਸਾ ਤੂੰ ਕਿਰਤ ਕਰ, ਨਾਮ ਜਪ, ਆਪੇ ਸਭ ਕੁਝ ਠੀਕ ਹੋ ਜਾਏਗਾ। ਉਹ ਨਾਮ ਨਹੀਂ ਜਪਣਾ, ਬਾਣੀ ਨਹੀਂ ਪੜ੍ਹਨੀ, ਬਸ ਮਾਇਆ ਵੱਲ ਧਿਆਨ ਹੈ। ਜਦੋਂ ਅਸੀਂ ਦਸਾਂ ਨੂੰ ਦੀ ਕਿਰਤ ਕਰਾਂਗੇ, ਮਾਇਆ ਤਾਂ ਆ ਹੀ ਜਾਵੇਗੀ। ਗੁਰੂ ਨਾਨਕ ਨੇ ਪਹਿਲੀ ਗੱਲ ਹੀ ਸਾਨੂੰ ਇਹੀ ਕਹੀ ਹੈ, ਕਿਰਤ ਕਰੋ। ਦੂਜੀ ਗੱਲ ਕਿ ਨਾਮ ਜਪੋ। ਤੀਜੀ ਗੱਲ ਕਿ ਪਈ ਲੋੜਵੰਦਾਂ ਦੀ ਸਹਾਇਤਾ ਕਰੋ, ਜਿੰਨੇ ਜੋਗੇ ਤੁਸੀਂ ਹੋਏਗੇ। ਜੇ ਤੁਹਾਨੂੰ ਨਹੀਂ ਪਤਾ ਲੱਗ ਕਿਹੜਾ ਗੁਰੂ ਘਰ ਨੂੰ ਪੈਸੇ ਮਾਇਆ ਭੇਜ ਦਿਓ, ਉਹ ਆਪੇ ਲੰਗਰ ਲਾਈ ਰੱਖਦੇ ਨੇ ਸਾਰਾ 24 ਘੰਟੇ। ਲੋੜਵੰਦ ਆ ਕੇ ਉੱਥੇ ਲੰਗਰ ਛਕ ਲੈਂਦੇ ਨੇ। ਉਹ ਕਮਰੇ ਪਾਉਂਦੇ ਨੇ ਵੀ ਕਿਸੇ ਰਾਹੀ ਨੇ ਰਾਤ ਨੂੰ ਰਹਿਣ ਦਾ ਵੀ ਉਹ ਪ੍ਰਬੰਧ ਕਰਦੇ ਨੇ। ਉਹ ਮਾਇਆ ਨਾਲ ਹੀ ਹੋਵੇਗਾ ਨਾ। ਜਿੰਨੇ ਜੋਗੇ ਹੋ ਥੋੜ੍ਹਾ ਬਹੁਤਾ ਗੁਰੂ ਘਰ ਨੂੰ ਭੇਜੋ। ਆ ਤਿੰਨ ਗੱਲਾਂ 'ਤੇ ਪਹਿਰਾ ਦੇਣਾ, ਹੋਰ ਕੀ ਹੈ। ਅੱਗੇ ਕਹਿੰਦੇ ਕਬੀਰ ਅੰਬਰ ਘਨ ਹਰ ਛਾਇਆ, ਬਰਖ ਭਰੇ ਸਰ ਤਾਲ, ਚਾਤਰਿਕ ਜਿਉਂ ਤਰਸਤ ਰਹਿ, ਤਿਰ ਕੋ ਕੌਣ ਹਵਾਲ। ਅੰਬਰ ਆਕਾਸ਼ ਨੂੰ ਕਹਿੰਦੇ ਨੇ, ਘਨ ਹਰ ਬੱਦਲ ਨੂੰ ਕਹਿੰਦੇ ਨੇ। ਕਬੀਰ ਅੰਬਰ ਘਨ ਹਰ ਛਾਇਆ, ਆਕਾਸ਼ ਬੱਦਲ ਛਾਏ ਹੋਏ ਹਨ। ਬਰਖ ਭਰੇ ਸਰ ਤਾਲ, ਬਰਖ ਦੇ ਬਰਖਾ ਮੀਂਹ ਪਿਆ। ਸਰ ਮੈਨੇ ਸਰੋਵਰ, ਤਾਲ ਮੈਨੇ ਤਲਾਬ। ਸਾਰੇ ਸਰੋਵਰ ਸਾਰੇ ਤਲਾਬ ਪਾਣੀ ਨਾਲ ਭਰ ਗਏ, ਮੀਂਹ 'ਚ ਪੈ ਗਏ। ਚਾਤਰਿਕ ਜਿਉਂ ਤਰਸਤ ਰਹੇ, ਪਰ ਇਸ ਪਾਣੀ ਦਾ ਜਿਹੜਾ ਪਪੀਹਾ ਚਾਤਰਿਕ ਹੈ ਉਸ ਨੂੰ ਕੋਈ ਫਾਇਦਾ ਨਹੀਂ। ਉਹ ਪਿਆਸਾ ਹੀ ਰਹਿੰਦਾ, ਉਹ ਤਰਸਦਾ ਰਹਿੰਦਾ ਹੈ। ਉਹਨੂੰ ਚਾਹੀਦੇ ਸਵੰਤੀ ਬੂੰਦ। ਜਿਹੜਾ ਪਪੀਹਾ ਚਾਤਰਿਕ ਹੈ ਨਾ, ਇਹਦੇ ਗਲੇ 'ਚ ਹੁੰਦੀ ਹੈ ਮੋਰੀ। ਜਦੋਂ ਝੁੱਕ ਕੇ ਹੇਠਾਂ ਪਾਣੀ ਪੀਂਦਾ ਉਹ ਅੰਦਰ ਨਹੀਂ ਜਾਂਦਾ, ਉਹ ਗਲੇ ਦੀ ਮੋਰੀ ਰਾਹੀਂ ਵਗ ਜਾਂਦਾ। ਉਹ ਇਸ ਲਈ ਐਂ ਮੂੰਹ ਉੱਪਰ ਨੂੰ ਟੱਡੀ ਰੱਖਦਾ ਹੈ ਵੀ ਕੋਈ ਬੂੰਦ ਜਿਹੜੀ ਉਹਦੇ ਮੂੰਹ 'ਚ ਪਵੇ। ਉਹ ਬੂੰਦ ਜਿਹੜੀ ਸਿੱਧੀ ਮੂੰਹ 'ਚ ਪਏਗੀ ਉਹ ਹੇਠਾਂ ਜਾਏਗੀ। ਉਂਝ ਨਹੀਂ ਪੀ ਸਕਦਾ ਪਾਣੀ ਹੇਠੋਂ, ਕਿਉਂ ਗਲੇ 'ਚ ਮੋਰੀ ਹੈ। ਉਹ ਪਾਣੀ ਕਰਕੇ ਪੀਂਦਾ, ਉਹ ਘੁੱਟ ਭਰਦਾ, ਉਹ ਮੋਰੀ ਨਹੀਂ ਬਾਹਰ ਨਿਕਲ ਜਾਂਦਾ, ਪਿਆਸਾ ਰਹਿ ਜਾਂਦਾ। ਪਪੀਹੇ ਨੂੰ ਚਾਹੇ ਤਲਾਬ ਭਰੇ ਹੋਏ ਹੋਣ, ਸਰੋਵਰ ਪਾਣੀ ਦੇ ਭਰੇ ਹੋਣ, ਦਰਿਆ ਪਾਣੀ ਦੇ ਭਰੇ ਹੋਣ, ਪਪੀਹੇ ਨੂੰ ਇਹਨਾਂ ਦਾ ਕੋਈ ਫਾਇਦਾ ਨਹੀਂ ਹੈ। ਉਹ ਤਰਸਦਾ ਹੀ ਰਹਿੰਦਾ ਸਵੰਤੀ ਬੂੰਦ ਨੂੰ। ਅੱਗੇ ਤਿੰਨ ਕੋ ਕੌਣ ਹਵਾਲ। ਉਹ ਬੰਦੇ ਦੇਖੋ, ਜਿਵੇਂ ਪਪੀਹੇ ਦੇ ਕੋਲ, ਪਪੀਹੇ ਨੂੰ ਪਾਣੀ ਚਾਹੀਦਾ, ਉਹ ਪਿਆਸਾ ਹੈ, ਉਹਨੂੰ ਪਾਣੀ ਚਾਹੀਦਾ। ਪਾਣੀ ਆਲੇ ਦੁਆਲੇ ਬਹੁਤ ਹੈ, ਪਰ ਉਹਨੂੰ ਉਸ ਪਾਣੀ ਦਾ ਕੋਈ ਫਾਇਦਾ ਨਹੀਂ ਹੈ। ਜਿੰਨਾ ਚਿਰ ਉਹਨੂੰ ਸਵੰਤੀ ਬੂੰਦ ਨਹੀਂ ਮਿਲਦੀ। ਇਸ ਤਰ੍ਹਾਂ ਜਿਹੜਾ ਭਗਤ ਹੈ, ਜਿੰਨਾ ਚਿਰ ਉਹਨੂੰ ਨਾਮ ਨਹੀਂ ਮਿਲਦਾ, ਉਹਨਾਂ ਚਿਰ ਉਹ ਪਿਆਸਾ ਹੀ ਰਹਿੰਦਾ ਹੈ। ਇਹ ਪਿਆਸਾ ਹੀ ਰਹਿੰਦਾ, ਭਾਵੇਂ ਆਲੇ ਦੁਆਲੇ ਕਿੰਨੀਆਂ ਹੀ ਚੀਜ਼ਾਂ ਕਿਉਂ ਨਾ ਹੋਣ, ਆਲੇ ਦੁਆਲੇ ਕਿੰਨੀਆਂ ਭਾਵੇਂ ਚੀਜ਼ਾਂ ਕਿਉਂ ਨਾ ਹੋਣ, ਉਹਨੂੰ ਜੋ ਚਾਹੀਦਾ ਉਹ ਮਿਲ ਨਹੀਂ ਰਿਹਾ ਹੁੰਦਾ। ਜਦੋਂ ਉਹਨੂੰ ਕਿਤੇ ਸਤ ਸੰਗਤ ਮਿਲਦੀ ਹੈ, ਨਾਮ ਜਪਣ ਵਾਲੇ ਮਿਲਦੇ ਹਨ, ਫਿਰ ਉਹਦਾ ਜਾ ਕੇ ਮਨ ਖੁਸ਼ ਹੁੰਦਾ ਹੈ। ਨਹੀਂ ਤਾਂ ਉਹ ਵੀ ਪਪੀਹੇ ਵਾਂਗੂ ਇਸ 'ਤੇ ਤੜਫਦਾ ਰਹਿੰਦਾ ਹੈ। ਆਲੇ ਦੁਆਲੇ ਭਾਵੇਂ ਜਿੰਨਾ ਮਰਜ਼ੀ ਹੋਵੇ। ਕਿ ਤੁਸੀਂ ਜਿਸ ਚੀਜ਼ ਨੂੰ ਖਾਣ ਜਾਂ ਪੀਣ ਦੇ ਸ਼ੌਕੀਨ ਹੋ, ਅਗਰ ਉਹ ਹੋਵੇਗੀ ਤਾਂ ਤੁਸੀਂ ਖੁਸ਼ ਹੋ, ਬਾਕੀ ਭਾਵੇਂ ਕਿੰਨੇ ਪਿਆ ਹੋਵੇ। ਮੰਨ ਲਓ ਬੱਚਾ ਰਸਗੁੱਲੇ ਖਾਣਾ ਚਾਹੁੰਦਾ, ਮੇਰੇ ਕੋਲ 5 ਡੱਬੇ ਲੱਡੂਆਂ ਦੇ ਪਏ ਨੇ, ਉਹ ਇੱਕ ਵੀ ਲੱਡੂ ਨਹੀਂ ਚੱਕੇਗਾ। ਲੱਡੂ ਹੀ ਲੱਡੂ ਨੇ, ਉਹ ਤਾਂ ਨਾ ਜੀ ਇਸ 'ਚ ਰਸਗੁੱਲਾ ਨਹੀਂ ਹੈ, ਮੈਂ ਨਹੀਂ ਇਹ ਖਾਂਦਾ।
ਕਿਉਂਕਿ ਉਹਨੇ ਰਸਗੁੱਲਾ ਖਾਣਾ, ਲੱਡੂ ਉਹਨੇ ਖਾਣੇ ਨਹੀਂ। ਇਸੇ ਤਰ੍ਹਾਂ ਜਿਵੇਂ ਪਪੀਹੇ ਦੇ ਆਲੇ ਦੁਆਲੇ ਕਿੰਨੇ ਹੀ ਪਾਣੀ ਹੋਵੇ, ਉਸ ਨੂੰ ਉਸ ਪਾਣੀ ਦਾ ਕੋਈ ਫਾਇਦਾ ਨਹੀਂ। ਉਹ ਤਾਂ ਸਿੱਧੇ ਹੀ ਬੂੰਦ ਚਾਹੁੰਦਾ, ਬੂੰਦ ਸਿੱਧੇ ਹੀ ਉਹਦੇ ਗਲੇ 'ਚ ਪਵੇ ਅਤੇ ਉਹਦੀ ਤਸੱਲੀ ਹੋਵੇ। ਉਹਨੂੰ ਸਵਾਂਤੀ ਬੂੰਦ ਚਾਹੀਦੀ ਹੈ। ਇਸ ਤਰ੍ਹਾਂ ਭਗਤ ਦੇ ਆਲੇ ਦੁਆਲੇ ਭਾਵੇਂ ਕਿੰਨਾ ਕੁਛ ਹੀ ਕਿਉਂ ਨਾ ਹੋਵੇ, ਉਹਦੀ ਉਸ 'ਚ ਕੋਈ ਰੁਚੀ ਨਹੀਂ ਹੁੰਦੀ। ਉਹ ਤਾਂ ਪਰਮਾਤਮਾ ਦੇ ਨਾਮ 'ਚ ਰੁਚੀ ਹੈ। ਤਾਂ ਹੀ ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਤ ਕੜ੍ਹਤ ਅਖੀਰ ਤੇ ਗੁਰਬਾਣੀ 'ਚ ਉਹਨਾਂ ਨੇ ਪੰਚਮ ਪਾਤਸ਼ਾਹ ਨੂੰ ਨਾਮ ਦੀ ਭੁੱਖ ਹੈ। ਉਹ ਕਹਿੰਦੇ ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਜੇ ਮੈਨੂੰ ਨਾਮ ਦੀ ਦਾਤ ਮਿਲੇ ਤਾਂ ਮੇਰਾ ਮਨ ਅਤੇ ਤਨ ਖੁਸ਼ ਹੁੰਦਾ ਹੈ। ਜਿਵੇਂ ਪਪੀਹੇ ਨੂੰ ਸਵੰਤੀ ਬੂੰਦ ਦੀ ਲੋੜ ਹੈ, ਬਾਕੀ ਪਾਣੀ ਦੀ ਨਹੀਂ ਹੈ, ਭਾਵੇਂ ਕਿੰਨੀ ਹੋਵੇ। ਇਸ ਤਰ੍ਹਾਂ ਪਰਮਾਤਮਾ ਜਿਹੜਾ ਭਗਤ ਹੈ, ਉਹਨੂੰ ਨਾਮ ਦੀ ਲੋੜ ਹੈ, ਬਾਕੀ ਭਾਵੇਂ ਕਿੰਨਾ ਕੁਛ ਉਹਦੇ ਕੋਲ ਕਿਉਂ ਨਾ ਹੋਵੇ। ਇਸ ਲਈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਮਨੁੱਖਾ ਜੀਵਨ ਮਿਲਿਆ, ਇਹ ਫਿਰ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ। ਅਤੇ ਇਹੀ ਸਮਾਂ ਹੈ ਜਦੋਂ ਭਜਨ ਬੰਦਗੀ ਹੋ ਸਕਦੀ ਹੈ, ਹੋਰ ਤਾਂ ਕਿਸੇ ਜੂਨੀ 'ਚ ਹੋ ਨਹੀਂ ਸਕਦੀ। ਹੋਰ ਭਜਨ ਬੰਦਗੀ ਕਿਸੇ ਜੂਨੀ 'ਚ ਨਹੀਂ ਹੋ ਸਕਦੀ। ਭਜਨ ਬੰਦਗੀ ਸਿਰਫ ਅਤੇ ਸਿਰਫ ਮਨੁੱਖਾ ਜੂਨੀ 'ਚ ਹੁੰਦੀ ਹੈ। ਅਤੇ ਇਹ ਮਿਲੀ ਹੀ ਧਰਮ ਅਨੁਸਾਰ ਮਨੁੱਖਾ ਜੀਵਨ ਮਿਲਿਆ ਹੀ ਭਜਨ ਬੰਦਗੀ ਕਰਨ ਲਈ ਹੈ। ਥਾਈ ਪੰਜ ਪਾਤਸ਼ਾਹ ਨੇ ਕਿਹਾ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਜੇ ਕੇਵਲ ਨਾਮ। ਵੀ ਹੋਰ ਕੰਮ ਜਿਹੜੇ ਤੂੰ ਕਰ ਇਹ ਤਾਂ ਕਿਸੇ ਲੇਖੇ 'ਚ ਹੀ ਨਹੀਂ। ਤੂੰ ਸਤ ਸੰਗਤ ਕਰ, ਤੇਰੇ ਅੰਦਰ ਉਤਸ਼ਾਹ ਪੈਦਾ ਹੋਵੇਗਾ ਨਾਮ ਜਪਣ ਦਾ, ਤੂੰ ਨਾਮ ਜਪ। ਸੋ ਪਰਮਾਤਮਾ ਜਿਹੜੇ ਭਗਤ ਨੇ ਉਹਨਾਂ ਨੂੰ ਨਾਮ ਦੀ ਲੋੜ ਹੁੰਦੀ ਹੈ, ਬਾਕੀ ਭਾਵੇਂ ਕਿੰਨਾ ਕੁਛ ਹੋਵੇ ਉਹਨਾਂ ਲਈ ਉਹ ਕੋਈ ਕੀਮਤ ਨਹੀਂ ਰੱਖਦਾ। ਜਿਵੇਂ ਪਪੀਹੇ ਲਈ ਟੋਬਿਆਂ ਦਾ ਪਾਣੀ, ਸਰੋਵਰਾਂ ਦਾ ਪਾਣੀ ਕੋਈ ਕੀਮਤ ਨਹੀਂ ਰੱਖਦਾ। ਇਸ ਲਈ ਭਾਈ ਮਨੁੱਖਾ ਜੀਵਨ ਮਿਲਿਆ ਹੈ, ਕੋਈ ਗਰੰਟੀ ਨਹੀਂ ਆਪਾਂ ਕਿੰਨਾ ਸਮਾਂ ਜਿਉਣਾ ਹੈ। ਛੋਟਾ ਇਹ ਨਾ ਸਮਝੇ ਪਤਾ ਨਹੀਂ ਵੱਡੇ ਹੀ ਮਰਦੇ ਨੇ, ਨਹੀਂ। ਮੈਂ ਛੋਟੇ ਛੋਟੇ ਬੱਚਿਆਂ ਨੂੰ ਵੀ ਮਰਦੇ ਦੇਖਿਆ ਹੈ, ਜੰਮਦੇ ਹੀ ਅਗਲੇ ਦਿਨ ਮਰ ਜਾਂਦੇ ਨੇ ਕਈ। ਇਹ ਕੋਈ ਗਰੰਟੀ ਨਹੀਂ ਵੀ ਕਿੰਨਾ ਸਮਾਂ ਕਿਸੇ ਨੇ ਜਿਉਣਾ ਹੈ। ਇਸ ਲਈ ਜਦੋਂ ਵੀ ਸੋਝੀ ਆ ਜਾਏ ਉਦੋਂ ਹੀ ਪਰਮਾਤਮਾ ਦੀ ਭਜਨ ਬੰਦਗੀ ਸ਼ੁਰੂ ਕਰ ਦਿੱਤੀ ਅਤੇ ਫਿਰ ਕੋਸ਼ਿਸ਼ ਕਰੀਦੀ ਹੈ ਭਜਨ ਬੰਦਗੀ ਕਰਨ ਵਾਲਿਆਂ ਦੀ ਅਸੀਂ ਸੰਗਤ ਕਰੀਏ। ਉਹ ਤਾਂ ਸਾਨੂੰ ਉਤਸ਼ਾਹ ਮਿਲੇਗਾ, ਉਹ ਤਾਂ ਸਾਨੂੰ ਪ੍ਰੇਰਨਾ ਮਿਲੇਗੀ ਵੀ ਇਹ ਵੀ ਕਰ ਰਿਹਾ ਆਪਾਂ ਵੀ ਕਰੀਏ। ਕਿਉਂਕਿ ਮਨੁੱਖ ਦੀ ਆਦਤ ਹੈ ਨਕਲ ਕਰਨ ਦੀ, ਇਹਦੀ ਸ਼ੁਰੂ ਤੋਂ ਆਦਤ ਹੈ ਨਕਲ ਕਰਨ ਦੀ। ਮਨੁੱਖ ਬੱਚਾ ਛੋਟਾ ਦੇਖੋ, ਮਾਂ ਮੱਥਾ ਟੇਕੇ ਪਹਿਲਾਂ ਦੇਖੂਗਾ, ਜਿਹੜਾ ਨਵਾਂ ਬੱਚਾ ਆਇਆ ਨਾ ਮਾਂ ਦੇ ਨਾਲ, ਉਹ ਦੇਖੂ ਵੀ ਇਹ ਮਾਂ ਨੇ ਇਸ ਤਰ੍ਹਾਂ ਮੱਥਾ ਟੇਕਿਆ। ਉਹ ਜੇ ਨਹੀਂ ਉਹਨੂੰ ਆਉਂਦਾ ਨਾ, ਮਾਂ ਫੜ ਕੇ ਉਹਨੂੰ ਉਸ ਤਰ੍ਹਾਂ ਮੱਥਾ ਟਿਕਾਉਂਦੀ ਹੈ ਵੀ ਟੇਕ ਇਹਨੂੰ ਜਾਚ ਆ ਜੇ ਹੌਲੀ ਹੌਲੀ। ਮੈਂ ਕਈ ਵਾਰੀ ਨੋਟ ਕਰਦਾ ਹੁੰਦਾ ਬੈਠਾ, ਮੈਂ ਦੇਖ ਇਹ ਬੱਚੇ ਪਹਿਲਾਂ ਮਾਂ ਨੇ ਮੱਥਾ ਟੇਕਿਆ, ਉਹਨੂੰ ਵੇਖ ਕੇ ਫਿਰ ਬੱਚੇ ਨੇ ਉਸ ਤਰ੍ਹਾਂ ਮੱਥਾ ਟੇਕਿਆ। ਮਨੁੱਖ ਨਕਲ ਕਰਦਾ ਹੈ, ਨਕਲ ਤੋਂ ਜ਼ਿਆਦਾ ਸਿੱਖਦਾ ਹੈ ਚੰਗਾ ਜਾਂ ਮੰਦਾ। ਇਸ ਲਈ ਸਾਤਸੰਗ ਕਰਨੀ ਹੈ, ਬਾਣੀ ਪੜ੍ਹਨੀ ਹੈ, ਨਾਮ ਜਪਣਾ ਹੈ, ਸ਼ੁਭ ਕਰਮ ਕਰਨੇ, ਮੌਜਾਂ ਕਰਨੀ, ਬਸ ਹੋਰ ਉੱਥੇ ਕੀ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।